हाँ जी, सत श्री अकाल भी सारिਆਂ ਨੂੰ स्वागत है ਤੁਹਾਡਾ ਉਡਾਨ ਇੰਸਟੀਚਿਊਟ ਪਿੰਡਾਂ ਦੇ ਆਨਲਾਈਨ ਪਲੇਟਫਾਰਮ ਤੇ। ਸੋ ਆਪਾਂ ਆਪਣੀ ਕਲਾਸ ਜਿਹੜੀ ਹੈਗੀ ਆ ਉਹ ਸਟਾਰਟ ਕਰਨ ਲੱਗੇ ਆ। ਸੋ ਆਪਣਾ ਫਰਸਟ ਕੁਐਸਚਨ ਹੈ, ਜਿਹੜੇ ਬੱਚੇ ਕਹਿ ਰਹੇ ਸੀ ਮੈਮ ਲੇਟ ਹੋ ਗਏ ਜਾਂ ਮੈਮ ਲੇਟ ਆਉਂਦੇ ਨੇ, ਮੈਮ ਕਦੇ ਲੇਟ ਨਹੀਂ ਆਉਂਦੀ ਹੈ, ਠੀਕ ਹੈ। ਤਾਂ ਉਹ ਕਈ ਵਾਰੀ ਕਲਾਸ ਸਟਾਰਟ ਕਰਨ ਚ ਕਨੈਕਸ਼ਨ ਐਸਟੈਬਲਿਸ਼ ਹੋਣ ਟੈਕਨੀਕਲੀ ਥੋੜਾ ਜਿਹਾ ਜਿਹੜਾ ਟਾਈਮ ਆ ਉਹ ਲੱਗ ਜਾਂਦਾ ਹੈਗਾ। ਅਦਰਵਾਈਜ਼ ਇਹ ਕਦੇ ਨਹੀਂ ਹੁੰਦਾਗਾ ਕਿ ਮੈਂ ਆਪਣੇ ਕਲਾਸ ਦੇ ਵਿੱਚ ਲੇਟ ਹੋਵਾਂ। ਸੋ ਡੋਂਟ ਵਰੀ ਅਬਾਊਟ ਮਾਈ ਟਾਈਮਿੰਗ। ਚਲੋ ਜੀ, ਆਪਾਂ ਅਗਲੇ ਕੁਐਸਚਨ ਜਿਹੜਾ ਆਪਣਾ ਸਟਾਰਟ ਕਰਦੇ ਹਾਂ। ਇੱਕ ਮੈਂ ਸਾਰੇ ਬੱਚਿਆਂ ਨੂੰ ਅਨਾਉਂਸਮੈਂਟ ਕਰ ਦਵਾਂ, ਜਿਹੜੇ ਬੱਚੇ ਮੈਨੂੰ ਕੱਲ ਐਕਚੁਅਲੀ ਟੈਸਟ ਦੀ ਕੁਐਰੀ ਕਰ ਰਹੇ ਸੀਗੇ। ਮੈਂ ਰਿਸੈਪਸ਼ਨ ਤੇ ਜਾ ਕੇ ਤੁਹਾਡੇ ਪਿੱਛੇ ਟੈਸਟ ਪਿੱਛੇ ਲੜੀ ਕਿ ਤੁਸੀਂ ਟੈਸਟ ਕਿਉਂ ਨਹੀਂ ਪਾਏ ਹੈਗੇ, ਬਟ ਤੁਸੀਂ ਕਲੈਰੀਫਾਈ ਕਰੋ ਕਿ 12 ਟੈਸਟ ਪੈ ਚੁੱਕੇ ਨੇ। ਤੋ ਇਹ ਐਕਚੁਅਲੀ ਨਾ ਤਾਂ ਇੰਸਟੀਟਿਊਸ਼ਨ ਦੀ ਗਲਤੀ ਹੁੰਦੀ ਆ, ਔਰ ਨਾ ਹੀ ਇਹ ਕਿਸੇ ਟੀਚਰ ਦੀ ਗਲਤੀ ਹੁੰਦੀ ਹੈ, ਨਾ ਹੀ ਇਹ ਕਿਸੇ ਸਟਾਫ ਦੀ ਗਲਤੀ ਹੁੰਦੀ ਆ। 12 ਟੈਸਟ ਜਿਹੜੇ ਹੈਗੇ ਨੇ ਉਹ ਮੈਨੂੰ ਆਪ ਮੈਂ ਅੱਖਾਂ ਨਾਲ ਦੇਖ ਕੇ ਆਈ ਹਾਂ। ਕਈ ਵਾਰੀ ਤੁਹਾਨੂੰ ਕੁਝ ਚੀਜ਼ਾਂ ਟੈਕਨੀਕਲੀ ਨਹੀਂ ਪਤਾ ਲੱਗਦੀਆਂ, ਔਰ ਫਿਰ ਤੁਸੀਂ ਇਸ ਚੀਜ਼ ਦਾ ਬਲੇਮ ਕਰਨ ਲੱਗ ਜਾਂਦੇ ਹੋ ਕਿ ਤੁਸੀਂ ਟੈਸਟ ਨਹੀਂ ਪਾਇਆ ਜੀ, ਤੁਸੀਂ ਪੜ੍ਹਨਾ ਨਹੀਂ ਕੀਤਾ। ਤਾਂ ਉਹਦੇ 'ਚ ਮੇਰੇ ਧਿਆਨ 'ਚ ਵੀ ਨਹੀਂ ਸੀ ਕੱਲ, ਮੈਨੂੰ ਲੱਗਿਆ ਕਿਤੇ ਕੋਈ ਮਿਸਟੇਕ ਰਿਸੈਪਸ਼ਨ ਤੋਂ ਜਾਂ ਰਿਸੈਪਸ਼ਨ ਦੇ ਐਂਡ ਤੋਂ ਹੋਈ ਆ, ਪਰ ਰਿਸੈਪਸ਼ਨ ਦੇ ਐਂਡ ਤੋਂ ਔਰ ਟੀਚਰ ਦੇ ਐਂਡ ਤੋਂ ਕੋਈ ਮਿਸਟੇਕ ਨਹੀਂ। ਟੋਟਲ 12 ਟੈਸਟ ਹੋ ਚੁੱਕੇ ਨੇ। ਸੋ ਮੇਕ ਸ਼ੋਰ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਕਾਲ ਕਰਕੇ ਉਸ ਚੀਜ਼ ਬਾਰੇ ਡੇਲੀ ਕਨਫਰਮ ਕਰ ਲਿਆ ਕਰੋ, ਐਵੇਂ ਬਿਨਾਂ ਗੱਲ ਤੋਂ ਟਿੱਪਣੀਆਂ ਨਹੀਂ ਕਰਨੀਆਂ। ਔਰ ਦੂਸਰਾ ਪੁਆਇੰਟ ਜਿਹੜਾ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ, ਜਿਹੜੇ ਬੱਚੇ ਕਹਿ ਰਹੇ ਨੇ ਕਿ ਮੈਮ ਤੁਸੀਂ YouTube ਤੇ ਕਲਾਸ ਲਾ ਰਹੇ ਹੋ, ਫਿਰ ਸਾਡਾ ਪੇ ਕਰਨ ਦਾ ਕੀ ਫਾਇਦਾ ਹੈ। ਇਹ YouTube ਦੇ ਉੱਪਰ ਕਲਾਸ ਸਿਰਫ 4 ਤੋਂ 5 ਦਿਨ ਦੇ ਲਈ ਹੀ ਰਹੇਗੀ। ਇਹ ਚੀਜ਼ ਮੈਂ ਸਾਰੇ ਬੱਚਿਆਂ ਨੂੰ ਸ਼ੋਰ ਕਰ ਦਵਾਂ ਕਿ ਸਿਰਫ 4 to 5 ਡੇਜ਼ ਦੇ ਲਈ ਆਪਾਂ YouTube ਦੇ ਉੱਪਰ ਕਲਾਸ ਲਗਾਵਾਂਗੇ। ਉਸ ਤੋਂ ਬਾਅਦ ਕਲਾਸਾਂ ਨੇ ਜਿਹੜੀਆਂ ਉਹ ਡਾਇਰੈਕਟਲੀ ਐਪ ਦੇ ਉੱਪਰ ਸ਼ਿਫਟ ਹੋ ਜਾਣਗੀਆਂ। ਸੋ ਡੋਂਟ ਵਰੀ, ਜੇ ਤੁਸੀਂ ਪੇ ਕੀਤਾ ਤੁਹਾਡੀ ਪੇਮੈਂਟ ਦਾ ਉਸ ਤਰੀਕੇ ਨਾਲ ਵੈਲਿਊ ਅਪ ਕੀਤਾ ਜਾਊਗਾ। ਇਹ ਜਸਟ ਐਜ਼ ਅ ਡੈਮੋ ਕਲਾਸ ਹੁੰਦੀ ਹੈ। 3-4 ਦਿਨਾਂ ਦੀ ਕਲਾਸ ਪਹਿਲੇ ਅਸੀਂ ਡੈਮੋ ਦੇ ਵਿੱਚ ਭੇਜਦੇ ਹਾਂ। ਸੋ ਉਹ ਕੁਝ ਸਾਡੀਆਂ ਵੀ ਟਰਮਸ ਨੇ, ਹਰ ਚੀਜ਼ ਤੁਹਾਡੇ ਅਕੋਰਡਿੰਗ ਨਹੀਂ ਹੋ ਸਕਦੀ। ਤੀਸਰਾ ਪੁਆਇੰਟ ਜਿਹੜਾ ਬਹੁਤ ਇੰਪੋਰਟੈਂਟ ਹੈ, ਸਾਡੇ ਵੱਲੋਂ ਸਿਰਫ ਇੱਕੋ ਚੀਜ਼ ਚਲਾਈ ਜਾ ਰਹੀ ਹੈ, ਜਿਹਦੇ ਵਿੱਚ ਤੁਹਾਡਾ 999 ਦਾ MCQ ਬੈਚ ਹੈ। ਜਿਹੜੇ ਬੱਚੇ ਨੇ ਇਕੱਲੇ MCQs ਲੈਣੇ ਨੇ, ਔਰ ਜਿਹੜੇ ਬੱਚੇ ਨੇ ਫੁੱਲ ਲੈਣਾ ਹੈ, ਜਿਹਦੇ ਵਿੱਚ ਰਿਵੀਜ਼ਨ ਰਿਕਾਰਡਡ ਕਲਾਸਾਂ ਵੀ ਨੇ, ਜਿਹਦੇ ਵਿੱਚ ਟੈਸਟ ਵੀ ਆ, ਜਿਹਦੇ ਵਿੱਚ MCQs ਵੀ ਹੈ, ਔਰ ਜਿਹਦੇ ਵਿੱਚ ਫੁੱਲ ਨੋਟਸ ਵੀ ਨੇ। ਜਿਹੜੇ ਉਹ ਬੱਚਿਆਂ ਨੇ ਲੈਣਾ ਉਹ ਟੋਟਲ ਆਪਣੇ ਕੋਲੇ 2200 ਦਾ ਕੋਰਸ ਹੈਗਾ, ਠੀਕ ਹੈ। ਸੋ ਇਸ ਤੋਂ ਬਿਨਾਂ ਸਾਡੇ ਉਡਾਨ ਇੰਸਟੀਚਿਊਟ ਬਠਿੰਡਾ ਵੱਲੋਂ ਕੋਈ ਵੀ ਕੋਰਸ ਨਹੀਂ ਚਲਾਇਆ ਜਾ ਰਿਹਾ। ਸੋ ਪਲੀਜ਼ ਇਸ ਚੀਜ਼ ਨੂੰ ਮੇਕ ਸ਼ੋਰ ਕਰੋ। ਪਤਾ ਨਹੀਂ ਤੁਸੀਂ ਕਿਹੜੇ ਤਰੀਕੇ ਨਾਲ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਕਰ ਰਹੇ ਹੋ, ਠੀਕ ਹੈ। ਆਵਾਜ਼ ਤਾਂ ਵਧੀਆ, ਠੀਕ ਹੈ ਠੀਕ ਹੈ। ਹਾਂ ਉਹੀ ਗੱਲ ਹੈ ਨਾ, ਸਾਰੇ ਬੱਚਿਆਂ ਨੇ ਹੁਣ ਜਿਵੇਂ ਕਈ ਬੱਚਿਆਂ ਨੇ 11-11 12-12 ਟੈਸਟ ਕੀਤੇ ਹੋਏ ਨੇਗੇ, ਤਾਂ ਹੁਣ ਕਈ ਕਹਿ ਰਹੇ ਨੇ ਸਾਨੂੰ 5 ਹੀ ਟੈਸਟ ਮਿਲੇ ਨੇ। ਜਾਂ ਤਾਂ ਇਹ ਹੈ ਵੀ ਤੁਹਾਡਾ ਕੋਈ ਮਤਲਬ ਟੈਕਨੀਕਲ ਇਸ਼ੂ ਆ ਰਿਹਾ ਹੈਗਾ, ਹਨਾ। ਤਾਂ ਇਸ ਚੀਜ਼ ਨੂੰ ਮੈਂ ਕੱਲ ਜਾ ਕੇ ਤੁਹਾਡੇ ਕਹਿਣ ਦੇ ਬਾਵਜੂਦ ਮੈਂ ਰਿਸੈਪਸ਼ਨ ਤੇ ਕਲੀਅਰ ਵੀ ਨਹੀਂ ਕੀਤਾ। ਮੈਂ ਜਾਣ ਸਰ ਉਹਨਾਂ ਨਾਲ ਲੜ ਪਈ ਵੀ ਜਵਾਕਾਂ ਦੇ ਟੈਸਟ ਕਿਉਂ ਨਹੀਂ ਪੈਂਦੇ ਹੈਗੇ ਜਦੋਂ ਟੈਸਟ ਬਣੇ ਪਏ ਨੇਗੇ। ਉਹਨਾਂ ਨੇ ਮੈਨੂੰ ਆਪ ਦਿਖਾਇਆ ਵੀ ਮੈਡਮ ਆਹ ਦੇਖੋ ਜੀ, ਆਹ ਟੈਸਟ ਪਏ ਹੋਏ ਨੇ, ਤਾਂ ਤੁਸੀਂ ਆਪ ਵੀ ਬੌਂਦਲੇ ਰਹਿੰਦੇ ਹੋ ਤੇ ਸਾਨੂੰ ਵੀ ਬਦਲਾ ਦਿੰਦੇ ਹੋ। ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਮਾੜਾ ਜਿਹਾ ਨਾ। ਬਿਜ਼ੀ ਹੋਣ ਦੇ ਬਾਵਜੂਦ ਤੁਹਾਡੀ ਕਲਾਸ ਦੇ ਟਾਈਮ ਕੱਢਿਆ ਜਾ ਰਿਹਾ ਹੈ, ਪਰ ਤੁਸੀਂ ਮੈਨੂੰ XYZ ਗੱਲਾਂ 'ਚ ਨਾਲ ਜਾਇਆ ਕਰੋ, ਠੀਕ ਹੈ। ਸੋ ਇਹ ਚੀਜ਼ਾਂ ਬੜੀਆਂ ਧਿਆਨ 'ਚ ਰੱਖਣ ਯੋਗ ਨੇ। ਜੋ 2-3 ਅਨਾਉਂਸਮੈਂਟਸ ਹੈਗੀਆਂ ਨੇ, ਆਪਾਂ ਆਪਣਾ ਪਹਿਲਾ ਕੁਐਸਚਨ ਕਰਦੇ ਹਾਂ। ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈਗਾ। ਪਹਿਲਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਅੱਜ ਜਿਹੜੇ ਕੁਐਸਚਨਸ ਹੋਣਗੇ ਉਹ ਚੋਣ ਕਮਿਸ਼ਨ ਦੇ ਹੋਣਗੇ। ਇਹਨੂੰ ਆਪਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਸਮਝ ਲਈਏ ਕਿ ਚੋਣ ਕਮਿਸ਼ਨ ਕਿਸ ਤਰੀਕੇ ਦੇ ਨਾਲ ਕੰਮ ਕਰਦਾ। ਸਾਡੇ ਦੇਸ਼ ਦੇ ਵਿੱਚ ਜੇ ਅਸੀਂ ਚੋਣ ਕਮਿਸ਼ਨ ਦੀ ਗੱਲ ਕਰੀਏ, ਸਾਡੇ ਦੇਸ਼ ਦੇ ਵਿੱਚ ਜੇ ਅਸੀਂ ਚੋਣ ਕਮਿਸ਼ਨ ਦੀ ਗੱਲ ਕਰੀਏ, ਜਿਹਨੂੰ ਤੁਸੀਂ ਇਲੈਕਸ਼ਨ ਕਮਿਸ਼ਨ ਕਹਿ ਦਿੰਦੇ ਹੋ, ਇਹ ਇੱਕ ਸੰਵਿਧਾਨਕ ਬਾਡੀ ਆ। ਇਹ ਕਿਹੜੀ ਬਾਡੀ ਹੈ? ਇੱਕ ਸੰਵਿਧਾਨਕ ਬਾਡੀ ਹੈ। ਹੁਣ ਆਪਾਂ ਕਲਾਸ ਦੇ ਵਿੱਚ ਜਦੋਂ ਵੀ ਕੋਈ ਟੌਪਿਕ ਕਰਦੇ ਹਾਂ, ਸਭ ਤੋਂ ਪਹਿਲਾਂ ਇਹ ਚੀਜ਼ ਕਨਫਰਮ ਹੋਣੀ ਜ਼ਰੂਰੀ ਆ ਕਿ ਅਹੁਦਾ ਸੰਵਿਧਾਨਕ ਆ, ਬਾਡੀ ਸੰਵਿਧਾਨਕ ਆ ਜਾਂ ਨਹੀਂ ਹੈਗੀ। ਜਿੰਨਾ ਟਾਈਮ ਤੁਹਾਨੂੰ ਇਹ ਕਨਫਰਮ ਨਹੀਂ, ਤੁਹਾਡਾ 1 ਨੰਬਰ ਪੇਪਰ ਦੇ ਵਿੱਚ ਜਾ ਸਕਦਾ ਹੈਗਾ। ਕਿਉਂਕਿ ਐਗਜ਼ਾਮੀਨਰ ਨੇ ਕਈ ਪੇਪਰਾਂ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਅਕਸਰ ਪੁੱਛਿਆ ਹੁੰਦਾ ਹੈ ਕਿ ਭਾਈ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਬਾਡੀ ਗੈਰ ਸੰਵਿਧਾਨਕ ਹੈ ਜਾਂ ਕਿਹੜੀ ਇੱਕ ਬਾਡੀ ਸੰਵਿਧਾਨਕ ਹੈ। ਜੇ ਅਸੀਂ ਗੈਰ ਸੰਵਿਧਾਨਕ ਦੀ ਗੱਲ ਕਰੀਏ ਤਾਂ ਨੀਤੀ ਆਯੋਗ ਉਹਦੀ ਇੱਕ ਬਹੁਤ ਵੱਡੀ ਉਦਾਹਰਨ ਹੈ। ਨੀਤੀ ਆਯੋਗ ਇੱਕ ਅਜਿਹੀ ਬਾਡੀ ਹੈ ਜਿਹੜੀ ਗੈਰ ਸੰਵਿਧਾਨਕ ਹੈ। ਔਰ ਜੇ ਆਪਾਂ ਗੱਲ ਕਰੀਏ ਚੋਣ ਕਮਿਸ਼ਨਰ ਦੀ, ਕੈਗ ਦੀ, ਅਟਾਰਨੀ ਜਨਰਲ ਦੀ, ਜਾਂ ਫਿਰ ਆਪਾਂ ਗੱਲ ਕਰੀਏ ਫਾਈਨਾਂਸ ਕਮਿਸ਼ਨ, ਜਾਂ ਫਿਰ ਆਪਾਂ ਗੱਲ ਕਰੀਏ ਵਿੱਤ ਕਮਿਸ਼ਨ ਦੀ, ਤਾਂ ਇਹ ਸਾਰੀਆਂ ਬਾਡੀਜ਼ ਕੀ ਨੇ? ਸਾਡੇ ਕੋਲੇ ਸੰਵਿਧਾਨਕ ਨੇ। ਜਾਂ ਇਹਨੂੰ ਮੋਟੇ ਤੌਰ ਤੇ ਇਸ ਤਰੀਕੇ ਨਾਲ ਯਾਦ ਰੱਖ ਦਿਓ ਕਿ ਕਿਹੜੀ ਵੀ ਬਾਡੀ ਜਿਹਦਾ ਕੋਈ ਆਰਟੀਕਲ ਆ, ਜਿਹਨੂੰ ਤੁਸੀਂ ਪੜ੍ਹ ਰਹੇ ਹੋ ਕਿ ਭਾਈ ਫਲਾਣੇ ਭਾਗ ਚ ਐਡਡ ਹੈ, ਫਲਾਣਾ ਆਰਟੀਕਲ ਹੈ, ਇਹ ਅਨੁਛੇਦ ਹੈ, ਤਾਂ ਇਹਦਾ ਮਤਲਬ ਉਹ ਕੀ ਹੈ? ਸੰਵਿਧਾਨਕ ਹੈ। ਜੇ ਅਸੀਂ ਆਪਣੇ ਚੋਣ ਕਮਿਸ਼ਨ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਦਾ ਆਰਟੀਕਲ ਹੈ 324। ਕਿੰਨਾ ਆਰਟੀਕਲ ਹੈ?
324। हाँ जी, हाँ जी। सो बेसिकली चोण कमीशन ਜਿਹੜਾ ਹੈਗਾ ਉਹਦਾ ਕਿੰਨਾ ਆਰਟੀਕਲ ਹੈ 324 ਆਰਟੀਕਲ ਹੈ। ਚੋਣ ਕਮਿਸ਼ਨ ਐਕਚੁਅਲੀ ਤਿੰਨ ਬੰਦਿਆਂ ਦੀ ਬਾਡੀ ਹੈ ਜਿਹਦੇ ਵਿੱਚ 1+2 ਦਾ ਕੰਬੀਨੇਸ਼ਨ ਹੁੰਦਾ ਹੈ। ਇੱਕ ਬੰਦਾ ਜਿਹੜਾ ਹੈਗਾ ਉਹ ਮੁੱਖ ਚੋਣ ਕਮਿਸ਼ਨਰ ਹੁੰਦਾ ਹੈ। ਇੱਕ ਬੰਦਾ ਕੀ ਹੁੰਦਾ ਜੀ, ਮੁੱਖ ਚੋਣ ਕਮਿਸ਼ਨਰ, ਔਰ ਜਿਹੜੇ ਬਾਕੀ ਦੇ ਦੋ ਨੇ ਉਹ ਕੀ ਹੁੰਦੇ ਨੇ, ਚੋਣ ਕਮਿਸ਼ਨਰ ਹੁੰਦੇ ਨੇ। ਮਤਲਬ ਇਹਨਾਂ ਨੂੰ ਇਲੈਕਸ਼ਨ ਕਮਿਸ਼ਨਰ ਕਹਿ ਦਿੰਦੇ ਆ, ਇੱਕ ਨੂੰ ਆਪਾਂ ਚੀਫ ਇਲੈਕਸ਼ਨ ਕਮਿਸ਼ਨਰ ਕਹਿ ਦਿੰਦੇ ਆ, ਠੀਕ ਹੈ। ਔਰ ਇਹਨਾਂ ਦਾ ਮੁੱਖ ਕੰਮ ਸਾਡੇ ਦੇਸ਼ ਦੇ ਵਿੱਚ ਕੀ ਕਰਨਾ ਹੈ, ਸਾਡੇ ਦੇਸ਼ ਦੇ ਵਿੱਚ ਕਰਾਉਣੀਆਂ ਨੇ ਚੋਣਾਂ, ਜਿਹੜੀਆਂ ਵੀ ਇਲੈਕਸ਼ਨ ਰਿਲੇਟਡ ਪ੍ਰੋਸੈਸ ਹੈ, ਚੋਣਾਂ ਕਰਵਾਉਣੀਆਂ, ਚੋਣਾਂ ਦੇ ਲਈ ਡੇਟ ਨਿਸ਼ਚਿਤ ਕਰਨੀ, ਚੋਣਾਂ ਕਰਵਾਉਣ ਤੋਂ ਬਾਅਦ ਉਹਨਾਂ ਦੇ ਨਤੀਜੇ ਘੋਸ਼ਿਤ ਕਰਨੇ, ਪਾਰਟੀਆਂ ਦੀ ਰਜਿਸਟ੍ਰੇਸ਼ਨ ਕਰਨੀ। ਤਾਂ ਪਹਿਲੇ ਪੁਆਇੰਟ ਤੋਂ ਲੈ ਕੇ ਆਖਰੀ ਪੁਆਇੰਟ ਤੱਕ ਸਾਡੇ ਦੇਸ਼ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਜੋ ਵੀ ਪ੍ਰੋਸੈਸ ਹੈ ਉਹ ਸਾਰਾ ਕਿਹਦੇ ਹੱਥ ਦੇ ਵਿੱਚ ਹੁੰਦਾ ਹੈ, ਚੋਣ ਕਮਿਸ਼ਨਰ ਦੇ ਹੱਥ ਦੇ ਵਿੱਚ ਹੁੰਦਾ ਹੈ। ਜਿਹਦੇ ਵਿੱਚ ਆਪਾਂ ਕਿਹਦੀ ਇਲੈਕਸ਼ਨ ਦੀ ਗੱਲ ਕਰਾਂਗੇ, ਰਾਸ਼ਟਰਪਤੀ ਦੀ ਚੋਣ ਵੀ ਚੋਣ ਕਮਿਸ਼ਨਰ ਵੱਲੋਂ ਕਰਵਾਈ ਜਾਂਦੀ ਹੈ। ਉਪ ਰਾਸ਼ਟਰਪਤੀ ਦੀ ਇਲੈਕਸ਼ਨ ਵੀ ਚੋਣ ਕਮਿਸ਼ਨ ਵੱਲੋਂ ਕਰਵਾਈ ਜਾਂਦੀ ਹੈ। ਇਸ ਤੋਂ ਬਿਨਾਂ ਲੋਕ ਸਭਾ ਦੀ ਇਲੈਕਸ਼ਨ, ਜਿੰਨੀਆਂ ਵੀ ਲੋਕ ਸਭਾ ਦੀਆਂ ਵੋਟਾਂ ਪੈਂਦੀਆਂ ਨੇ, ਇਸ ਤੋਂ ਬਿਨਾਂ ਰਾਜ ਸਭਾ ਦੇ ਵਿੱਚ ਇਲੈਕਸ਼ਨ ਜੋ ਹੋਊਗੀ ਉਹ ਵੀ ਚੋਣ ਕਮਿਸ਼ਨਰ ਕਰਾਊਗਾ। ਇਸ ਤੋਂ ਬਿਨਾਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਵੀ ਚੋਣ ਕਮਿਸ਼ਨਰ ਕਰਾਉਂਦਾ ਹੈਗਾ। ਔਰ ਜੇ ਕਿਸੇ ਸਟੇਟ ਦੇ ਵਿੱਚ ਵਿਧਾਨ ਪ੍ਰੀਸ਼ਦ ਹੈ ਤਾਂ ਉੱਥੇ ਦੀ ਇਲੈਕਸ਼ਨ ਵੀ ਚੋਣ ਕਮਿਸ਼ਨਰ ਹੀ ਕਰਵਾਉਂਦਾ ਹੈਗਾ। ਦਿਸ ਇਜ਼ ਵੈਰੀ ਇੰਪੋਰਟੈਂਟ। ਜੇ ਅਸੀਂ ਗੱਲ ਕਰੀਏ ਜਿਹੜਾ ਚੋਣ ਕਮਿਸ਼ਨਰ ਹੈ ਉਹ ਕਿਹਦੀ ਇਲੈਕਸ਼ਨ ਕਰਵਾਉਂਦਾ ਹੈਗਾ, ਰਾਸ਼ਟਰਪਤੀ ਦੀ, ਉਪ ਰਾਸ਼ਟਰਪਤੀ ਦੀ, ਲੋਕ ਸਭਾ ਦੀ, ਰਾਜ ਸਭਾ ਦੀ, ਵਿਧਾਨ ਸਭਾ ਦੀ ਔਰ ਵਿਧਾਨ ਪ੍ਰੀਸ਼ਦ ਦੀ। ਜੇ ਇੱਥੇ ਇੱਕ ਪੁਆਇੰਟ ਹੋਰ ਸਮਝਿਆ ਜਾਵੇ ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਆ, ਕਿ ਕੁਝ ਬਾਡੀਜ਼ ਅਜਿਹੀਆਂ ਨੇ ਜਿਹੜੀਆਂ ਸਟੇਟ ਲੈਵਲ ਤੇ ਔਰ ਸੈਂਟਰ ਲੈਵਲ ਤੇ, ਦੋਵੇਂ ਲੈਵਲ ਤੇ ਅਲੱਗ-ਅਲੱਗ ਕੰਮ ਕਰਦੀਆਂ ਨੇ। ਜੇ ਅਸੀਂ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ, ਜੇ ਅਸੀਂ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ, ਤਾਂ ਸਾਡੇ ਸੈਂਟਰ ਲੈਵਲ ਤੇ ਵੀ ਚੋਣ ਕਮਿਸ਼ਨ ਹੈ ਔਰ ਸਟੇਟ ਲੈਵਲ ਤੇ ਵੀ ਚੋਣ ਕਮਿਸ਼ਨ ਹੈ, ਜਿਹਨੂੰ ਤੁਸੀਂ ਸਟੇਟ ਇਲੈਕਸ਼ਨ ਕਮਿਸ਼ਨ ਕਹਿੰਦੇ ਹੋ, ਜਿਹਨੂੰ ਤੁਸੀਂ ਕੀ ਕਹਿੰਦੇ ਹੋ, ਸਟੇਟ ਇਲੈਕਸ਼ਨ ਕਮਿਸ਼ਨ, ਜਿਹੜਾ ਕਿ ਸਪੈਸੀਫਿਕਲੀ ਜਿਹਦਾ ਕੰਮ ਸਾਡੇ ਦੇਸ਼ ਦੇ ਵਿੱਚ ਕੀ ਕਰਨਾ ਹੈ, ਰਾਜ ਚੋਣ ਕਮਿਸ਼ਨ ਦਾ ਕੰਮ ਸਾਡੇ ਦੇਸ਼ ਦੇ ਵਿੱਚ ਕੀ ਕਰਨਾ ਹੈ ਜੀ, ਕਿਹੜੀਆਂ ਵੋਟਾਂ ਕਰਾਉਣੀਆਂ ਨੇ, ਇਹ ਸਪੈਸ਼ਲ ਸਾਡੇ ਦੇਸ਼ ਦੇ ਵਿੱਚ ਵੋਟਿੰਗ ਕਰਾਉਂਦੇ ਨੇ ਸਥਾਨਕ ਸਰਕਾਰਾਂ ਦੀ। ਜਿੰਨੀਆਂ ਵੀ ਲੋਕਲ ਸੈਲਫ ਗਵਰਨਮੈਂਟ ਹੈ, ਜੋ ਵੀ ਸਾਡੇ ਲੋਕਲ ਸੈਲਫ ਗਵਰਨਮੈਂਟ ਹੈ, ਉਸ ਸਟਰਕਚਰ ਦੀ ਇਲੈਕਸ਼ਨ ਕਰਾਉਣਾ ਸਟੇਟ ਇਲੈਕਸ਼ਨ ਕਮਿਸ਼ਨਰ ਦੇ ਹੱਥ ਦੇ ਵਿੱਚ ਹੁੰਦਾ ਹੈ। ਔਰ ਜਿਹੜਾ ਸਾਡਾ ਸੈਂਟਰ ਦੀਆਂ ਚੋਣਾਂ ਨੇ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਵਿਧਾਨ ਪ੍ਰੀਸ਼ਦ, ਉਹ ਚੋਣਾਂ ਸਾਰੀਆਂ ਕੌਣ ਕਰਾਉਂਦਾ ਹੈ, ਚੋਣ ਕਮਿਸ਼ਨਰ। ਜੇ ਕੋਈ ਸਟੇਟ ਦੀ ਬਾਡੀ ਹੋਊਗੀ ਤਾਂ ਉਹਦੇ ਅੱਗੇ ਇੱਕ ਸ਼ਬਦ ਯੂਜ਼ ਕੀਤਾ ਜਾਊਗਾ, that is a state। ਔਰ ਕਈ ਵਾਰੀ ਸਾਨੂੰ ਡਾਇਰੈਕਟ ਤੌਰ ਤੇ ਐਗਜ਼ਾਮੀਨਰ ਕੁਐਸਚਨ ਪੁੱਛਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਜੋ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਲੋਕਲ ਲੈਵਲ ਤੇ, ਜਾਂ ਜਿਹਨੂੰ ਅਸੀਂ ਗ੍ਰਾਮ ਪੰਚਾਇਤ ਕਹਿ ਦਿੰਦੇ ਆ, ਇਹਦੀ ਇਲੈਕਸ਼ਨ ਹੁੰਦੀ ਹੈ, ਇਹ ਕੌਣ ਕਰਾਉਂਦਾ ਹੈਗਾ, ਤਾਂ ਸਾਡਾ ਆਨਸਰ ਆਊਗਾ ਰਾਜ ਚੋਣ ਕਮਿਸ਼ਨ। ਚੋਣ ਕਮਿਸ਼ਨ ਨਹੀਂ ਕਰਾਉਂਦਾ, ਰਾਜ ਚੋਣ ਕਮਿਸ਼ਨ ਕਰਾਉਂਦਾ ਹੈ। ਆਪਾਂ ਇੱਕ ਚੀਜ਼ ਸਾਰੇ ਬੱਚਿਆਂ ਨੇ ਪੜ੍ਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਹਾਂਜੀ, ਕੋਈ ਗੱਲ ਨਹੀਂ ਰਾਜੇ, ਦੁਬਾਰਾ ਕਾਲ ਕਰ ਲਓ। ਜਿਹੜੇ ਬੱਚਾ, ਕਈ ਵਾਰੀ ਨਾ ਕਾਲਸ ਇੰਨੀਆਂ ਆਉਂਦੀਆਂ, ਦੇਖੋ ਤੁਸੀਂ ਆਫੀਸ਼ੀਅਲ ਨੰਬਰ ਆ ਉਹਦੇ ਤੇ, ਤੁਸੀਂ ਕਿੰਨੇ ਬੱਚੇ ਹੋ, ਲਗਭਗ ਸਾਨੂੰ ਸ਼ਾਮ ਤੱਕ ਟੈਟ ਦੀ 500 ਕਾਲਸ ਆਉਂਦੀ। ਕਈ ਵਾਰੀ ਇੱਕ ਅੱਧਾ ਫੋਨ ਇੱਧਰ ਉੱਧਰ ਆ ਜਾਂਦਾ ਹਨਾ, ਆਪਾਂ ਨਾਰਮਲੀ ਪਰਸਨਲੀ ਦੇਖੀ, ਜੇ ਆਪਾਂ ਨੂੰ 2-4 ਵੱਧ ਫੋਨ ਆ ਜਾਣਾ ਆਪਾਂ ਉਹੀ ਬੰਦਲ ਜਾਂਦੇ ਆ ਹਨਾ। ਤਾਂ ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਜਿਹੜੇ ਬੱਚੇ ਨੇ ਫੀਸ ਪੇ ਕੀਤੀ ਆ ਉਹਨੂੰ ਹਰ ਹਾਲਤ ਦੇ ਵਿੱਚ ਐਡ ਕੀਤਾ ਜਾਊਗਾ। ਤੁਸੀਂ ਇੱਕ ਵਾਰੀ WhatsApp ਤੇ ਮੈਸੇਜ ਡ੍ਰੌਪ ਕਰ ਦਿਆ ਕਰੋ, ਕਿਉਂਕਿ ਜਦੋਂ ਵੀ ਸਾਨੂੰ ਕਾਲ ਸਕਿਪ ਹੋ ਸਕਦੀ ਹੈ ਬਟ WhatsApp ਤੇ ਮੈਸੇਜ ਆ ਜਿਹੜਾ ਆਲਵੇਜ਼ ਰਹਿ ਜਾਂਦਾ ਹੈ। ਜਿਹੜਾ ਬੱਚਾ ਮੈਨੂੰ ਪੁੱਛਦਾ ਡੋਂਟ ਵਰੀ ਅਬਾਊਟ ਐਨੀਥਿੰਗ, ਸਾਰੀਆਂ ਚੀਜ਼ਾਂ ਹੋਣਗੀਆਂ, ਠੀਕ ਹੈ। ਸੋ ਜੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਦੋ ਬਾਡੀਜ਼ ਆਈਆਂ 73ਵੀਂ ਸੋਧ 1992 ਨੂੰ ਲੈ ਕੇ, 73ਵੀਂ ਸੋਧ 1992 ਦੇ ਵਿੱਚ ਹੋਈ, ਜਿਹਦੇ ਤਹਿਤ ਆਪਾਂ ਆਪਣੇ ਪੰਚਾਇਤੀ ਰਾਜ ਸਟਰਕਚਰ ਦੇ ਲਈ ਦੋ ਬਾਡੀਜ਼ ਲੈ ਕੇ ਆਏ। ਇੱਕ ਸਾਡੇ ਸੀਗਾ ਰਾਜ ਚੋਣ ਕਮਿਸ਼ਨ ਔਰ ਦੂਸਰਾ ਸਾਡੇ ਜਿਹੜੀ ਬਾਡੀ ਸੀਗੀ ਉਹ ਸੀਗੀ ਰਾਜ ਵਿੱਤ ਕਮਿਸ਼ਨ। ਤਾਂ ਇਹ ਦੋਵੇਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ।
ਇਹਨਾਂ ਨੂੰ ਅਸਲ ਦੇ ਵਿੱਚ ਲੈ ਕੇ ਆਉਣ ਦਾ ਇੱਕੋ ਹੀ ਕਾਰਨ ਸੀ ਕਿ ਜਿੰਨੀਆਂ ਵੀ ਪੰਚਾਇਤੀ ਰਾਜ ਸਟਰਕਚਰ ਹੈ ਉਹਨੂੰ ਇਹ ਦੋਵੇਂ ਬਾਡੀਜ਼ ਮਿਲ ਕੇ ਕੰਟਰੋਲ ਕਰਨਗੀਆਂ। ਪੰਚਾਇਤੀ ਰਾਜ ਸਟਰਕਚਰ ਦਾ ਮਤਲਬ ਕੀ ਹੋਇਆ, ਸਥਾਨਕ ਸਰਕਾਰਾਂ ਦੋ ਪੱਧਰ ਤੇ ਹੈ, ਇੱਕ ਪਿੰਡ ਪੱਧਰ ਤੇ ਹੈ, ਇੱਕ ਸ਼ਹਿਰ ਪੱਧਰ ਤੇ ਹੈ। ਤਿੰਨ ਪੱਧਰੀ ਢਾਂਚਾ ਪਿੰਡ ਪੱਧਰ ਤੇ ਹੈ, ਤਿੰਨ ਪੱਧਰੀ ਢਾਂਚਾ ਸ਼ਹਿਰ ਪੱਧਰ ਤੇ ਹੈ। ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿਹੜਾ ਕਿਹੜਾ। ਪਿੰਡ ਪੱਧਰ ਤੇ ਗ੍ਰਾਮ ਪੰਚਾਇਤਾਂ, ਬਲਾਕ ਪੱਧਰ ਤੇ ਬਲਾਕ ਸੰਮਤੀਆਂ, ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦਾਂ। ਫਿਰ ਇਸ ਸ਼ਹਿਰੀ ਸਥਾਨਕ ਸਰਕਾਰਾਂ ਵਾਲੇ ਹਿੱਸੇ ਦੇ ਵਿੱਚ ਕੀ ਹੁੰਦਾ ਹੈ, ਨਗਰ ਨਿਗਮ, ਨਗਰ ਪਾਲਿਕਾ, ਨਗਰ ਪੰਚਾਇਤਾਂ। ਇਹ 6 ਬਾਡੀਜ਼ ਬਣ ਜਾਂਦੀਆਂ ਨੇ ਦੋ ਲੈਵਲ ਤੇ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਸਥਾਨਕ ਸਰਕਾਰਾਂ। ਸਥਾਨਕ ਸਰਕਾਰਾਂ ਦੀ ਇਲੈਕਸ਼ਨ ਕਰਨੀ ਕਿਹਦੇ ਹੱਥ ਦੇ ਵਿੱਚ ਹੁੰਦੀ ਹੈ, ਸਟੇਟ ਇਲੈਕਸ਼ਨ ਕਮਿਸ਼ਨ ਦੇ ਹੱਥ ਦੇ ਵਿੱਚ ਹੁੰਦੀ ਹੈ। ਔਰ ਜੇ ਆਪਾਂ ਗੱਲ ਕਰੀਏ ਰਾਜ ਵਿੱਤ ਕਮਿਸ਼ਨ ਦਾ ਕੀ ਕੰਮ ਹੈ, ਰਾਜ ਵਿੱਤ ਕਮਿਸ਼ਨ ਕਰਦਾ ਹੈ ਟੈਕਸ ਦੀ ਵੰਡ। ਕਿਹਦੇ ਵਿਚਕਾਰ ਟੈਕਸ ਦੀ ਵੰਡ ਕਰਦਾ ਹੈ, ਸਥਾਨਕ ਸਰਕਾਰਾਂ ਅਤੇ ਰਾਜ ਸਰਕਾਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਟੈਕਸ ਦੀ ਡਿਵੀਜ਼ਨ ਹੋਊਗੀ, ਇਹ ਸਾਰਾ ਕੰਮ ਕਿਹਦਾ ਹੁੰਦਾ ਹੈ, ਰਾਜ ਵਿੱਤ ਕਮਿਸ਼ਨ ਦਾ। ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ। ਕੋਈ ਗੱਲ ਨਹੀਂ ਰਾਜੇ, ਮੈਸੇਜ ਕਰ ਦੋ, ਮੈਸੇਜ ਕਰ ਦੋ। ਇਹ ਕੌਣ ਹੈ ਕੁੜੀ, ਲਖਵੀਰ ਕੌਰ। ਕਾਹਦਾ ਸਿਲੇਬਸ ਨਹੀਂ ਪੂਰਾ, ਲਖਵੀਰ ਕੌਰ ਦਿਮਾਗ ਹਿੱਲਿਆ ਬਈ ਤੁਹਾਡਾ, ਤੁਹਾਡਾ ਇੱਥੋਂ ਹੈ ਕਰੈਕ ਹੈ ਸਿਸਟਮ। ਯੂ ਆਰ ਕੰਟੀਨਿਊਸਲੀ ਪੇਸਟਿੰਗ ਯੂਰ ਮੈਸੇजेस। ਮੈਂ ਪੜਾਵਾਂ ਕਿ ਮੈਂ ਤੁਹਾਡੇ ਇੱਥੇ ਬੇਵਕੂਫੀਆਂ ਦਾ ਰਿਪਲਾਈ ਕਰਾਂ? ਕੀ ਯਾਰ ਬੰਦੇ ਹੋ ਤੁਸੀਂ? ਮੇਰਾ ਜੀ ਕਰਦਾ ਮੈਂ ਕਲਾਸ ਬੰਦ ਕਰਕੇ ਵਗ ਜਾ, ਫਿਰ ਕੀ ਕਰ ਲਓਗੇ ਤੁਸੀਂ? ਸਿੰਪਲੀ ਮੈਂ ਐਪ ਦੇ ਵਿੱਚ ਜਵਾਕਾਂ ਨੂੰ ਪੜਾ ਦੂੰ, ਕਿਉਂ ਤੁਹਾਡਾ ਦਿਮਾਗ ਹਿੱਲਿਆਗਾ? ਤੁਸੀਂ ਸਿੰਪਲੀ ਕਾਲ ਕਰਕੇ ਉੱਥੇ ਆਪਣੀਆਂ ਚੀਜ਼ਾਂ ਕਨਫਰਮ ਕਰੋ। ਮੈਂ ਇੱਥੇ ਤੁਹਾਡੇ ਡਾਊਟ ਲੈਣਾ ਹੀ ਹੈ ਇੱਥੇ ਕਿ ਮੈਂ ਤੁਹਾਨੂੰ ਪੜਾਉਣਾ ਹੀ ਹੈ ਇੱਥੇ? ਹਰ ਚੀਜ਼ ਤੁਹਾਡੀ ਬੇਵਕੂਫਾਂ ਵਾਲੀ। ਯਾਰ ਕੀ ਤੁਸੀਂ ਮਾਸਟਰ ਮੈਡਮਾਂ ਲੱਗੋਗੇ? ਤੁਹਾਨੂੰ ਮਤਲਬ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਹਿੰਦਾ ਹੈ ਕਿ ਭਾਰਤ ਵਿੱਚ ਇੱਕ ਚੋਣ ਕਮਿਸ਼ਨ ਹੋਵੇਗਾ? ਦੈਟ ਇਜ਼ ਆਰਟੀਕਲ 324। ਆਪਾਂ ਸਟਾਰਟਿੰਗ ਦੇ ਵਿੱਚ ਕੀਤਾ ਹੈਗਾ ਕਿ ਜਦੋਂ ਅਸੀਂ ਕਿਸੇ ਬਾਡੀ ਬਾਰੇ ਗੱਲ ਕਰਦੇ ਹਾਂ, ਜਦੋਂ ਅਸੀਂ ਕਿਸੇ ਸਿਸਟਮ ਬਾਰੇ ਗੱਲ ਕਰਦੇ ਹਾਂ, ਤਾਂ ਬੇਸਿਕਲੀ ਕੀ ਹੋ ਰਿਹਾ ਹੈਗਾ, ਤਾਂ ਸਾਨੂੰ ਉਹਦਾ ਆਰਟੀਕਲ ਜਿਹੜਾ ਹੈਗਾ ਉਹ ਸਪੈਸੀਫਿਕਲੀ ਪਤਾ ਹੋਣਾ ਚਾਹੀਦਾ ਹੈਗਾ, ਠੀਕ ਹੈ। ਸੋ ਜੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਚੋਣ ਕਮਿਸ਼ਨਰ ਬਾਰੇ, ਤਾਂ ਸਾਡਾ ਜਿਹੜਾ ਚੋਣ ਕਮਿਸ਼ਨਰ ਹੈ ਇਹ 324 ਆਰਟੀਕਲ ਦੇ ਤਹਿਤ ਆਉਂਦਾ ਹੈ। ਆਪਾਂ ਕੱਲ ਕਿਹਦੇ ਬਾਰੇ ਪੜ੍ਹ ਚੁੱਕੇ? 124 ਆਰਟੀਕਲ ਤੁਹਾਡੇ ਯਾਦ ਹੋਣਾ। ਕੱਲ ਆਪਾਂ ਆਪਣੀ ਕਲਾਸ ਦੇ ਵਿੱਚ ਕੀ ਕੀਤਾ ਸੀਗਾ, ਸੁਪਰੀਮ ਕੋਰਟ ਕੀਤਾ ਸੀਗਾ, ਠੀਕ ਹੈ। ਸੋ ਬੇਸਿਕਲੀ ਉਹਦੇ ਬੇਸਿਸ ਤੇ ਤੁਸੀਂ ਨੰਬਰ ਆਫ ਆਰਟੀਕਲ ਯਾਦ ਰੱਖਣੇ ਨੇ। ਕਈਆਂ ਨੂੰ ਇੱਥੇ ਐ ਪਤਾ ਨਹੀਂ ਕਿਉਂ ਲੱਗਦਾ ਵੀ YouTube ਤੇ ਮੈਸੇਜ ਕਰਕੇ ਅਸੀਂ ਪਤਾ ਨਹੀਂ ਨਾ ਤੇ ਕੀ ਬੰਬ ਸਿੱਟ ਦਿਆਂਗੇ। ਕੀ ਕਰ ਲਓਗੇ ਤੁਸੀਂ YouTube ਤੇ ਮੈਸੇਜ ਕਰਕੇ? ਮੈਂ ਤੁਹਾਡੀ ਚੈਟ ਹੀ ਆਫ ਕਰ ਦੂੰਗੀ। ਤੁਹਾਨੂੰ ਨੰਬਰ ਦਿੱਤਾ ਹੋਇਆ, ਤੁਸੀਂ ਸਿੰਪਲੀ ਕਾਲ ਕਰੋ, ਜੋ ਤੁਹਾਡੇ ਪ੍ਰੋਬਲਮਸ ਨੇ ਉਹਦੇ ਸੋਲੂਸ਼ਨਸ ਹੋਣਗੇ। ਤੁਸੀਂ ਇੱਥੇ ਬੇਵਕੂਫਾਂ ਵਾਂਗੂ ਮੈਸੇਜ ਕਰਨ ਲੱਗ ਜਾਂਦੇ ਹੋ, ਮੈਂ ਤੁਹਾਡੇ ਮੈਸੇਜ ਪੜ੍ਹਾ ਕੇ ਮੈਂ ਤੁਹਾਨੂੰ ਪੜਾਵਾਂ? ਫਿਰ ਉਹੀ ਗੱਲ ਵੀ ਤੁਹਾਨੂੰ ਸਿੰਪਲੀ ਇੱਕ ਵੇ ਦੱਸਿਆ ਵੀ ਯਾਰ ਇੱਥੇ ਪੜਾਉਣ ਆਉਨੇ ਆ, ਇੱਥੇ 1 ਘੰਟਾ 2 ਘੰਟੇ ਜਿਹੜੇ ਨਿਕਲਦੇ ਨੇ ਮੇਰੇ ਪਰਸਨਲੀ ਬਹੁਤ ਇੰਪੋਰਟੈਂਟ ਨੇਗੇ। ਹਾਂਜੀ, ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਹੇਠ ਲਿਖੇ ਰਾਜਾਂ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਕਿੱਥੋਂ ਆ? ਠੀਕ ਹੈ, ਸਾਰਾ ਕੁਝ ਐਪ ਦੇ ਵਿੱਚ। ਮੈਂ ਫਿਰ ਵੀ ਪਤਾ ਨਹੀਂ ਕਿਆ ਇਹਨਾਂ ਦਾ ਮਤਲਬ, ਇਹਨਾਂ ਦੇ ਦਿਮਾਗ ਦੇ ਵਿੱਚ ਫਰਕ ਹੈਗਾ, ਸਾਰਾ ਕੁਝ ਪਿਆ ਹੋਇਆਗਾ। ਫਿਰ ਨਾ ਮੇਰਾ ਐਵੇਂ ਜੀ ਕਰਦਾ ਹੁੰਦਾ ਵੀ ਮੈਂ ਦੋ ਮਾਰਾ ਕੰਨ ਤੇ ਕੋਲੇ ਬਹਾ ਕੇ ਕੱਲੀ ਕੱਲੀ ਚੀਜ਼ ਦਿਖਾਵਾਂ ਵੀ ਆਹ ਇੱਥੇ ਪਿਆ, ਇੱਥੇ ਪਿਆ। ਪਤਾ ਤੁਹਾਨੂੰ ਆਪ ਨੂੰ ਨਹੀਂ ਲੱਗਦਾ? ਮੈਂ ਐਪ ਤੇ ਸ਼ਿਫਟ ਕਰਦੀ ਹਾਂ ਕਲਾਸ, ਮੈਂ YouTube ਤੇ ਕਲਾਸ ਬੰਦ ਕਰਦੀ ਹਾਂ। ਆਮ ਡਾਇਰੈਕਟਲੀ ਸ਼ਿਫਟਿੰਗ ਇਟ ਇਨਟੂ ਐਪ, ਠੀਕ ਹੈ। ਯਾਰ ਗੁੱਸੇ ਦੀ ਗੱਲ ਨਹੀਂ ਹੈਗੀ ਹਨਾ, ਮੈਂ ਨਾ ਅਸਲ ਦੇ ਵਿੱਚ ਮੈਂ ਮਤਲਬ ਬਹੁਤ ਰੇਅਰ ਹੁੰਦਾ ਹੈਗਾ ਵੀ ਮੈਂ ਸਪੈਸੀਫਿਕਲੀ, ਬਟ ਕਈ ਤਾਂ ਨਾ ਇੰਨੇ ਇਰੀਟੇਟਿੰਗ ਨੇ, ਇਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ। ਹਾਂਜੀ, ਸੋ ਬੇਸਿਕਲੀ ਲੋਕ ਸਭਾ ਦੀ ਗੱਲ ਕਰਦੇ ਹਾਂ। ਫੜ ਜੋ ਵੀ ਮੈਂ ਪਾਣੀ ਪੀਣੀ, ਫਿਰ ਆਪਾਂ ਚੱਲਦੇ। ਚਲੋ ਜੀ, ਸੋ ਬੇਸਿਕਲੀ ਜਦੋਂ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ ਤਾਂ ਸਾਡੇ ਦੇਸ਼ ਦਾ ਸਟਰਕਚਰ ਜਿਹੜਾ ਹੈਗਾ ਉਹ ਦੋ ਤਰੀਕੇ ਨਾਲ ਚੱਲ ਰਿਹਾ ਹੈ। ਇੱਕ ਆਪਾਂ ਲੋਕ ਸਭਾ ਚਲਾ ਰਹੇ ਹਾਂ, ਜਦੋਂ ਆਪਾਂ ਸੈਂਟਰ ਦੀ ਗੱਲ ਕਰਦੇ ਹਾਂ ਤਾਂ ਇੱਕ ਆਪਣਾ ਲੋਕ ਸਭਾ ਚੱਲ ਰਿਹਾ ਹੈ, ਔਰ ਦੂਸਰਾ ਆਪਣਾ ਕਿਹੜਾ ਸਦਨ ਚੱਲ ਰਿਹਾ ਹੈ, ਰਾਜ ਸਭਾ। ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ। ਜਦੋਂ ਤੁਸੀਂ ਪੋਲੀਟੀਕਲ ਸਟਰਕਚਰ ਦੀ ਗੱਲ ਕਰਦੇ ਹੋ
ਤਾਂ ਤੁਹਾਨੂੰ ਕੇਂਦਰ ਤੇ ਰਾਜ ਪੱਧਰ ਦੀਆਂ ਕੁਝ ਚੀਜ਼ਾਂ ਬਹੁਤ ਇੰਪੋਰਟੈਂਟਲੀ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ। ਜੇ ਅਸੀਂ ਆਪਣੇ ਕੇਂਦਰ ਦੀ ਗੱਲ ਕਰੀਏ ਤਾਂ ਆਪਾਂ ਇਹ ਚੀਜ਼ ਆਲਰੇਡੀ 2-3 ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਕੇਂਦਰ ਲੈਵਲ ਤੇ ਸਾਡੇ 3 ਬਾਡੀਜ਼ ਵਰਕ ਕਰਦੀਆਂ ਨੇ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਸੇਮ ਐਜ਼ ਸਟੇਟ ਲੈਵਲ ਤੇ ਵੀ ਸਾਡੀਆਂ 3 ਬਾਡੀਜ਼ ਵਰਕ ਕਰਦੀਆਂ ਨੇ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਠੀਕ ਹੈ, ਜਦੋਂ ਅਸੀਂ ਆਪਣੇ ਕੇਂਦਰ ਪੱਧਰ ਦੀ ਵਿਧਾਨ ਪਾਲਿਕਾ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੇਂਦਰ ਪੱਧਰ ਤੇ ਜਿਹੜੀ ਵਿਧਾਨ ਪਾਲਿਕਾ ਬਾਡੀ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ? ਪਾਰਲੀਮੈਂਟ ਬੋਲਦੇ ਹਾਂ, ਸੰਸਦ ਬੋਲਦੇ ਹਾਂ। ਸੰਸਦ ਦੇ ਟੋਟਲ ਸਾਡੇ ਕੋਲੇ 3 ਆਰਗਨ ਨੇ, ਵਨ ਇਜ਼ ਲੋਕ ਸਭਾ, ਅਨਦਰ ਇਜ਼ ਰਾਜ ਸਭਾ, ਔਰ ਤੀਸਰੇ ਨੰਬਰ ਤੇ ਜਿਹੜਾ ਸਾਡਾ ਆਰਗਨ ਹੈਗਾ ਜੀ ਕੌਣ ਹੈ? ਰਾਸ਼ਟਰਪਤੀ, ਜਿਹਨੂੰ ਤੁਸੀਂ ਪ੍ਰੈਜ਼ੀਡੈਂਟ ਕਹਿ ਦਿੰਦੇ ਹੋ। ਥੋੜਾ ਜਿਹਾ ਇੰਗਲਿਸ਼ ਮੀਡੀਅਮ ਵਾਲੇ ਬੱਚੇ ਇਸ ਚੀਜ਼ ਨੂੰ ਸੁਣ ਕੇ ਲਿਖ ਲਿਆ ਕਰੋ। ਪਾਰਲੀਮੈਂਟ ਦੇ ਵਿੱਚ 3 ਆਰਗਨਸ ਨੇ, ਪ੍ਰੈਜ਼ੀਡੈਂਟ ਆ, ਲੋਕ ਸਭਾ, ਰਾਜ ਸਭਾ। ਜਿਹੜਾ ਸਾਡਾ ਸੰਸਦ ਆ ਇਹਦਾ ਆਰਟੀਕਲ 79 ਆ, ਜਿਹੜਾ ਸਾਡਾ ਪ੍ਰੈਜ਼ੀਡੈਂਟ ਹੈ ਇਹਦਾ ਆਰਟੀਕਲ 52 ਹੈ, ਲੋਕ ਸਭਾ ਦਾ ਆਰਟੀਕਲ 81 ਹੈ, ਰਾਜ ਸਭਾ ਦਾ ਆਰਟੀਕਲ 80 ਹੈ। ਲੋਕ ਸਭਾ ਨੂੰ ਅਸੀਂ ਬੋਲਦੇ ਹਾਂ ਹੇਠਲਾ ਸਦਨ ਔਰ ਰਾਜ ਸਭਾ ਨੂੰ ਅਸੀਂ ਬੋਲਦੇ ਹਾਂ ਉੱਪਰਲਾ ਸਦਨ। ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਤੁਸੀਂ ਸਪੈਸੀਫਿਕਲੀ ਧਿਆਨ ਦੇ ਨਾਲ ਫਰਕ ਜਿਹੜਾ ਹੈਗਾ ਰੱਖਣ ਦਿਓ। ਠੀਕ ਹੈ, तो दूसरा चीज आप इत्थे किहदी गल कीती है? लोक सभा दी। थोड़ा जिहा आपां लोक सभा दे जदों अपना लोक सभा दा क्वेश्चन आ गया इहदे बारे आपां थोड़ी जिही टर्म्स क्लैरीफाई करके चलांगे। जो साडा लोक सभा है इहदी बहुत ज़्यादा इंपॉर्टेंस आ। ਅਸੀਂ वैसे भी ਜਦੋਂ ਦੋਵਾਂ ਸਦਨਾਂ ਦਾ ਕੰਪੈਰੀਜ਼ਨ ਕਰਦੇ ਹਾਂ ਤਾਂ ਅਸੀਂ ਲੋਕ ਸਭਾ ਨੂੰ ਜ਼ਿਆਦਾ ਸ਼ਕਤੀਸ਼ਾਲੀ ਕਾਊਂਟ ਕਰਦੇ ਹਾਂ। ਇਹਦੇ ਪਿੱਛੇ ਇੱਕ ਬੇਸਿਕ ਰੀਜ਼ਨ ਹੈ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਸਰਕਾਰ ਬਣੇਗੀ, ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਸਰਕਾਰ ਬਣੇਗੀ ਇਹ ਲੋਕ ਸਭਾ ਦੇ ਵਿੱਚ ਜਿੱਤੀ ਹੋਈ ਪਾਰਟੀ ਦੀ ਸਰਕਾਰ ਹੋਵੇਗੀ। ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਦੇ ਵਿੱਚ ਜਿੱਤੀ ਹੋਈ ਪਾਰਟੀ ਦੀ ਸਰਕਾਰ ਬਣੇਗੀ, ਇਹ ਚੀਜ਼ ਦਾ ਧਿਆਨ ਰੱਖਣਾ ਹੈਗਾ। ਜਦੋਂ ਵੀ ਅਸੀਂ ਲੋਕ ਸਭਾ ਦੀ ਗੱਲ ਕਰਦੇ ਹਾਂ ਤਾਂ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਕਿੰਨੇ ਟਾਈਮ ਦੇ ਲਈ ਕੰਮ ਕਰਦੀ ਹੈ? 5 ਸਾਲ ਦੇ ਲਈ ਕੰਮ ਕਰਦੀ ਹੈ। ਲੋਕ ਸਭਾ ਦਾ ਟਾਈਮ ਟੈਨਿਊਰ ਕਿੰਨਾ ਹੁੰਦਾ ਹੈਗਾ? 5 ਸਾਲ। ਨਾਰਮਲੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵੋਟਾਂ ਪੈਂਦੀਆਂ ਨੇ, ਇਲੈਕਸ਼ਨ ਹੁੰਦੀ ਹੈ, ਇਲੈਕਸ਼ਨ ਦੇ ਬਿਹਾਫ ਤੇ ਫਰਦਰ ਅੱਗੇ ਜਾ ਕੇ ਜਿਹੜੀ ਸਰਕਾਰ ਹੈ ਉਹ ਬਣਦੀ ਹੈ। ਜਿਹੜੀ ਵੀ ਪਾਰਟੀ ਜਿੱਤ ਜਾਂਦੀ ਹੈ, ਨੈਸ਼ਨਲ ਲੈਵਲ ਤੇ ਸਾਡੇ ਕਿੰਨੀਆਂ ਪੋਲੀਟੀਕਲ ਪਾਰਟੀਜ਼ ਨੇ? 8 ਰਜਿਸਟਰਡ ਪੋਲੀਟੀਕਲ ਪਾਰਟੀਜ਼ ਨੇ। ਜਿਹੜੀ ਵੀ ਸਰਕਾਰ ਜਿੱਤੂਗੀ ਉਹ ਜਿਹੜੀ ਵੀ ਪਾਰਟੀ ਜਿੱਤੂਗੀ ਉਹ ਅੱਗੇ ਜਾ ਕੇ ਆਪਣੀ ਸਰਕਾਰ ਬਣਾ ਲੂਗੀ। ਸਰਕਾਰ ਬਣਦੀ ਹੈ ਜਦੋਂ ਉਦੋਂ ਕਿਸੇ ਵੀ ਪਾਰਟੀ ਦੇ ਬਹੁਮਤ ਤੇ ਬਣਦੀ ਹੈ। ਸਰਕਾਰ ਬਣਨ ਤੋਂ ਬਾਅਦ ਇੱਕ ਬਣਦਾ ਪ੍ਰਧਾਨ ਮੰਤਰੀ ਜੋ ਕਿ ਪਾਰਟੀ ਦੇ ਹੀ ਮੈਂਬਰਾਂ ਵੱਲੋਂ ਚੁਣਿਆ ਹੋਇਆ ਇੱਕ ਅਹੁਦੇਦਾਰ ਹੁੰਦਾ ਹੈਗਾ ਔਰ ਉਸ ਤੋਂ ਬਾਅਦ ਉਹਦੇ ਅੰਡਰ ਕੰਮ ਕਰਦੇ ਨੇ ਪੂਰੇ ਦੇ ਪੂਰੇ ਮੰਤਰੀ ਔਰ ਪੂਰੇ ਦੇ ਪੂਰੇ MP। ਜੇ ਅਸੀਂ ਲੋਕ ਸਭਾ ਦੀ ਗੱਲ ਕਰੀਏ, ਲੋਕ ਸਭਾ ਜਿਹੜਾ ਸਾਡਾ ਸਦਨ ਹੈ ਇਹਦੇ ਨਾਲ ਆਪਾਂ 2-3 ਪੁਆਇੰਟ ਰਿਲੇਟਡ ਪੜ੍ਹੇ ਸੀਗੇ। ਇਹਨੂੰ ਅਸੀਂ ਹੇਠਲਾ ਸਦਨ ਕਹਿੰਦੇ ਆ, ਇਹਨੂੰ ਅਸੀਂ ਲੋਕਾਂ ਦਾ ਸਦਨ ਕਹਿੰਦੇ ਆ, ਇਹਨੂੰ ਅਸੀਂ ਜੇ ਆਪਾਂ ਕਹੀਏ ਤਾਂ ਪਹਿਲਾ ਸਦਨ ਕਹਿੰਦੇ। ਠੀਕ ਹੈ, ਇਹਦਾ ਕਾਰਨ ਕੀ ਹੈ ਕਿ ਲੋਕ ਪ੍ਰਤੱਖ ਤੌਰ ਤੇ ਡਾਇਰੈਕਟਲੀ ਵੋਟਾਂ ਪਾ ਕੇ ਲੋਕ ਸਭਾ ਦੇ ਮੈਂਬਰਾਂ ਨੂੰ ਕੀ ਕਰਦੇ ਨੇ? ਚੁਣਦੇ ਨੇ। ਜੇ ਅਸੀਂ ਦੂਜੇ ਪਾਸੇ ਰਾਜ ਸਭਾ ਦਾ ਦੇਖੀਏ, ਰਾਜ ਸਭਾ ਦੇ ਵਿੱਚ ਵੋਟਿੰਗ ਹੈ ਜਿਹੜੀ ਉਹ ਡਾਇਰੈਕਟਲੀ ਨਹੀਂ ਹੁੰਦੀ, ਰਾਜ ਸਭਾ ਦੇ ਵਿੱਚ ਵੋਟਿੰਗ ਹੈ ਜਿਹੜੀ ਉਹ ਇਨਡਾਇਰੈਕਟਲੀ ਹੁੰਦੀ। ਹੁਣ ਆਪਾਂ ਗੱਲ ਕਰਦੇ ਹਾਂ ਲੋਕ ਸਭਾ ਦੀਆਂ ਸੀਟਾਂ ਨੂੰ ਲੈ ਕੇ, ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਜਿਹੜੀ ਤੁਹਾਡੀ ਬੁੱਕ ਆ, ਜਿਹੜੀ ਮੇਰੀ ਪੋਲੀਟੀਕਲ ਸਾਇੰਸ ਦੀ ਬੁੱਕ ਆ, ਉਹਦੇ ਫਰੰਟ ਪੇजेस ਦੇ ਉੱਪਰ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਗਵਰਨਰ ਜਾਂ ਫਿਰ ਸਾਡੇ ਪੰਜਾਬ ਦਾ ਪੂਰਾ ਕੈਬਨਿਟ ਸਟਰਕਚਰ ਜਾਂ ਫਿਰ ਲੋਕ ਸਭਾ ਦੀਆਂ ਸੀਟਾਂ, ਰਾਜ ਸਭਾ ਦੀਆਂ ਸੀਟਾਂ ਸਾਰੀ ਡਿਟੇਲ ਦਿੱਤੀ ਹੋਈ ਹੈ। ਤਾਂ ਤੁਸੀਂ ਉਹਦੇ ਵਿੱਚੋਂ ਡਿਟੇਲ ਦੇ ਨਾਲ ਜਿਹੜਾ ਹੈਗਾ ਕਰ ਸਕਦੇ ਹੋਗੇ। ਜੇ ਆਪਾਂ ਗੱਲ ਕਰੀਏ ਸਾਡੇ ਲੋਕ ਸਭਾ ਦੀ, ਜਦੋਂ ਵੀ ਅਸੀਂ ਲੋਕ ਸਭਾ ਇਲੈਕਸ਼ਨ ਦੀ ਗੱਲ ਕਰਦੇ ਹਾਂ, ਜਦੋਂ ਵੀ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ, ਇਲੈਕਸ਼ਨ ਦੀ ਗੱਲ ਕਰਦੇ ਹਾਂ, ਇਲੈਕਸ਼ਨ ਹੁੰਦੀ ਹੈ ਡਿਫਰੈਂਟ ਸਟੇਟਸ ਤੋਂ। ਫॉर एग्जांपल ਆਪਣੇ ਭਾਰਤ ਦੇ ਵਿੱਚ ਟੋਟਲ 28 ਰਾਜ ਨੇ। ਹਰੇਕ ਰਾਜ ਤੋਂ ਨੰਬਰ ਆਫ ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਲੋਕ ਸਭਾ ਲਈ ਅਸਾਈਨ ਕੀਤੀਆਂ ਜਾਂਦੀਆਂ ਨੇ। ਜਿਵੇਂ ਕਿ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚੋਂ ਲੋਕ ਸਭਾ ਦੀਆਂ ਟੋਟਲ ਕਿੰਨੀਆਂ ਸੀਟਾਂ ਨੇ? 13 ਸੀਟਾਂ ਨੇ। ਕਈ ਵਾਰੀ ਸਾਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਹੈ ਕਿ ਸਭ ਤੋਂ ਜ਼ਿਆਦਾ ਸੀਟਾਂ ਕਿਹੜੇ ਸਟੇਟ ਤੋਂ ਨੇ? ਤਾਂ ਮੈਂ ਤੁਹਾਨੂੰ ਕਲਾਸ ਦੇ ਵਿੱਚ ਦੱਸਿਆ ਸੀ ਕਿ ਜਦੋਂ ਵੀ ਸਭ ਤੋਂ ਜ਼ਿਆਦਾ ਸੀਟਾਂ ਵਾਲੀ ਗੱਲ ਆਊਗੀ ਤਾਂ ਤੁਹਾਡਾ ਆਨਸਰ ਹਮੇਸ਼ਾ ਕੀ ਰਹੂਗਾ? ਯੂਪੀ। ਕਿਉਂ ਤੁਹਾਡਾ ਆਨਸਰ ਯੂਪੀ ਰਹੂਗਾ? ਕਿਉਂਕਿ ਜਦੋਂ ਵੀ ਕਿਸੇ ਜਗ੍ਹਾ ਤੋਂ, ਕਿਸੇ ਸਟੇਟ ਤੋਂ ਸੀਟਾਂ ਅਸਾਈਨ ਕੀਤੀਆਂ ਜਾਂਦੀਆਂ ਨੇ ਉਹਦਾ ਬੇਸ ਹਮੇਸ਼ਾ ਕੀ ਰਹਿੰਦਾ? ਪਾਪੂਲੇਸ਼ਨ ਰਹਿੰਦਾ, ਜਨਸੰਖਿਆ ਰਹਿੰਦਾ। ਪਾਪੂਲੇਸ਼ਨ ਦੇ ਬੇਸਿਸ ਤੇ ਕਿਸੇ ਵੀ ਸਟੇਟ ਤੋਂ ਨੰਬਰ ਆਫ ਸੀਟਸ ਕਿੰਨੀਆਂ ਹੋਣਗੀਆਂ ਲੋਕ ਸਭਾ ਦਾ ਇਹ ਡਿਸਾਈਡ ਹੁੰਦਾ ਹੈਗਾ। ਜੇ ਅਸੀਂ ਗੱਲ ਕਰੀਏ ਜਨਸੰਖਿਆ ਦੇ ਪੱਖ ਤੋਂ, ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਸਟੇਟ ਕਿਹੜਾ ਹੈਗਾ? ਯੂਪੀ ਹੈਗਾ। ਤਾਂ ਉੱਤਰ ਪ੍ਰਦੇਸ਼ ਸਟੇਟ ਜਿਹੜਾ ਹੈਗਾ ਇਹਦੇ ਤੋਂ ਸਭ ਤੋਂ ਜ਼ਿਆਦਾ ਸੀਟਾਂ ਨੇ, ਚਾਹੇ ਲੋਕ ਸਭਾ ਦੀਆਂ, ਚਾਹੇ ਰਾਜ ਸਭਾ ਦੀਆਂ, ਚਾਹੇ ਵਿਧਾਨ ਸਭਾ ਦੀਆਂ। ਦੂਸਰਾ, ਸਾਨੂੰ ਆਪਣੀ ਸਟੇਟ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਜੇ ਅਸੀਂ ਆਪਣੀ ਲੋਕਲ ਸਟੇਟ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਟੋਟਲ
विधान सभा ਦੀਆਂ 117 ਸੀਟਾਂ ਨੇ, ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਨੇ ਔਰ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ 7 ਸੀਟਾਂ ਨੇ। ਇਹ ਤਿੰਨ ਪੁਆਇੰਟਸ ਬਹੁਤ ਜ਼ਿਆਦਾ ਇੰਪੋਰਟੈਂਟਲੀ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਧਿਆਨ ਦੇ ਵਿੱਚ ਹੋਣੇ ਚਾਹੀਦੇ ਨੇਗੇ। ਜੇ ਦੂਸਰਾ ਕੁਐਸਚਨ ਇੱਥੇ ਐਗਜ਼ਾਮੀਨਰ ਬਹੁਤ ਮੋਲਡ ਕਰ ਕਰਕੇ ਸਵਾਲ ਪੁੱਛਦਾ ਹੈ ਕਿ ਲੋਕ ਸਭਾ ਦੀਆਂ ਸੀਟਾਂ ਦੀ ਅਸਾਈਨਮੈਂਟ ਬੇਸਿਸ ਤੇ ਕੀਤੀ ਜਾਂਦੀ ਹੈ, ਤਾਂ ਸਾਡਾ ਆਨਸਰ ਆਊਗਾ ਜਨਸੰਖਿਆ ਦੇ ਬੇਸਿਸ ਤੇ। ਇੱਕ ਹੋਰ ਸਵਾਲ ਪੁੱਛਿਆ ਜਾਂਦਾ ਹੁੰਦਾ ਹੈ ਕਿ ਲੋਕ ਸਭਾ ਦੀਆਂ ਸੀਟਾਂ ਨੇ ਜਿਹੜੀ ਕਿਹੜੇ ਸਾਲ ਤੱਕ ਫਿਕਸ ਕਰ ਦਿੱਤੀ 2026 ਤੱਕ ਫਿਕਸ ਕਰ ਦਿੱਤੀਆਂ ਗਈਆਂ ਨੇ। ਪ੍ਰੈਜ਼ੈਂਟ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ? 543 ਸੀਟਾਂ ਨੇ। ਕਿੰਨੀਆਂ ਸੀਟਾਂ ਨੇ? 543 ਸੀਟਾਂ। ਔਰ ਜੋ ਲੋਕ ਸਭਾ ਦੇ ਵਿੱਚ ਰਾਖਵਾਂਕਰਨ ਹੁੰਦਾ ਸੀ ਐਂਗਲੋ ਇੰਡੀਅਨ ਨੂੰ ਲੈ ਕੇ, ਰਾਖਵਾਂਕਰਨ ਦਾ ਮਤਲਬ ਕੀ ਹੈਗਾ ਕਿ ਸਾਡੇ ਦੇਸ਼ ਦੀ ਲੋਕ ਸਭਾ ਦੇ ਵਿੱਚ 2 ਸੀਟਾਂ ਰਾਸ਼ਟਰਪਤੀ ਐਂਗਲੋ ਇੰਡੀਅਨ ਨਾਮਜ਼ਦ ਕਰ ਸਕਦਾ ਸੀ, ਪਰ ਉਸ ਪ੍ਰਬੰਧ ਨੂੰ ਅਸੀਂ 104 ਸੰਵਿਧਾਨਕ ਸੋਧ 2019 ਦੇ ਤਹਿਤ ਹਟਾ ਦਿੱਤਾ ਹੈ। ਹੁਣ ਸਾਡੇ ਦੇਸ਼ ਦੇ ਵਿੱਚ ਰਾਸ਼ਟਰਪਤੀ ਕੋਲੇ ਲੋਕ ਸਭਾ ਦੇ ਵਿੱਚ ਐਂਗਲੋ ਇੰਡੀਅਨ ਨਾਮਜ਼ਦ ਕਰਨ ਦੀ ਪਾਵਰ ਬਿਲਕੁਲ ਵੀ ਨਹੀਂ ਹੈ। ਇਹ ਬਹੁਤ ਇੰਪੋਰਟੈਂਟ ਹੈ ਔਰ ਇਹਨੂੰ ਤੁਸੀਂ ਬਹੁਤ ਹੀ ਇੰਪੋਰਟੈਂਟਲੀ ਯਾਦ ਰੱਖਣਾ ਹੈਗਾ। ਜੇ ਅਸੀਂ ਲੋਕ ਸਭਾ ਦੀ ਗੱਲ ਕਰੀਏ, ਇੱਥੇ ਇੱਕ ਹੋਰ ਪੁਆਇੰਟ ਧਿਆਨ 'ਚ ਰੱਖਣਾ ਹੈ, ਸਾਡੇ ਲੋਕ ਸਭਾ ਦੇ ਵਿੱਚ ਰਿਜ਼ਰਵੇਸ਼ਨ ਹੈਗਾ, ਸਾਡੇ ਲੋਕ ਸਭਾ ਦੇ ਵਿੱਚ ਰਾਖਵਾਂਕਰਨ ਹੈਗਾ। ਜੇ ਅਸੀਂ ਗੱਲ ਕਰੀਏ ਲੋਕ ਸਭਾ ਦੇ ਵਿੱਚ ਐਸਸੀ ਸੀਟਾਂ ਨੇ ਜਿਹੜੀਆਂ 84 ਨੇ, ਔਰ ਜੇ ਅਸੀਂ ਗੱਲ ਕਰੀਏ ਐਸਟੀ ਸੀਟਾਂ ਤਾਂ 47 ਨੇ। ਇਹ ਪੁਆਇੰਟ ਬਹੁਤ ਇੰਪੋਰਟੈਂਟਲੀ ਧਿਆਨ ਰੱਖਣਾ ਹੈ। ਲੋਕ ਸਭਾ ਦੇ ਵਿੱਚ ਰਾਖਵਾਂਕਰਨ ਕਿੰਨਾ ਹੈਗਾ? ਟੋਟਲ ਕਿੰਨਾ ਜੇ ਆਪਾਂ ਗੱਲ ਕਰੀਏ 131 ਸੀਟ ਨੇ, ਜਿਹਦੇ ਵਿੱਚ ਐਸਸੀ 84 ਨੇ ਤੇ ਐਸਟੀ ਕਿੰਨੀਆਂ ਨੇ? 47। ਬਿਲਕੁਲ ਜੀ, 104 ਅਮੈਂਡਮੈਂਟ 2020। ਬਿਲकुल जी बिल्कुल, बहुत अच्छा। ਜਿਹੜੇ ਬੱਚੇ ਆਨਸਰਸ ਕਰ ਰਹੇ ਨੇ ਬ੍ਰਿਲੀਅੰਟਲੀ ਗੁੱਡ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਅਸਲ ਦੇ ਵਿੱਚ ਸਾਨੂੰ ਸਵਾਲ ਕੀ ਸੀਗਾ ਕਿ ਨੀਚੇ ਦਿੱਤੇ ਹੋਏ ਸਟੇਟਸ ਨੇ, ਦੇਖੋ ਮੈਂ ਤੁਹਾਨੂੰ ਇੰਪੋਰਟੈਂਟ ਸਾਰੇ ਸਟੇਟਸ ਦੇ ਵਿੱਚ ਕਿੰਨੀਆਂ ਸੀਟਾਂ ਨੇ, ਕਿਹੜੀ ਜਗ੍ਹਾ ਤੋਂ ਕਿੰਨੀਆਂ ਸੀਟਾਂ ਨੇ, ਆਪਾਂ ਕਲਾਸ ਦੇ ਵਿੱਚ ਇੰਪੋਰਟੈਂਟਲੀ ਕਵਰ ਕੀਤਾ ਹੈਗਾ। ਇਹਦੇ 'ਚ ਧਿਆਨ ਰੱਖਣਾ ਕਿ ਇਹ ਕਦੇ ਵੀ ਐਗਜ਼ਾਮੀਨਰ ਹੈ ਨੀਚੇ ਆਪਸ਼ਨ ਦਊਗਾ ਕਿ ਨੀਚੇ ਦਿੱਤੇ ਹੋਏ ਆਪਸ਼ਨ ਦੇ ਅਕੋਰਡਿੰਗਲੀ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਉਹ ਸਭ ਤੋਂ ਵੱਧ ਕਿੱਥੇ ਨੇ। ਜੇ ਆਪਾਂ ਇਹਨਾਂ ਚਾਰੇ ਸਟੇਟਸ ਨੂੰ ਦੇਖੀਏ ਤਾਂ ਵੈਸਟ ਬੰਗਾਲ ਦੇ ਵਿੱਚ ਨੰਬਰ ਆਫ ਸੀਟਸ ਜਿਹੜੀਆਂ ਹੈਗੀਆਂ ਨੇ ਲੋਕ ਸਭਾ ਦੀਆਂ ਉਹ ਸਭ ਤੋਂ ਜ਼ਿਆਦਾ ਨੇ। ਬਿਲकुल जी बिल्कुल, डन हो गया। लो जी अगले क्वेश्चन ਤੇ ਚੱਲਦੇ ਹਾਂ। ਨੈਕਸਟ ਕੁਐਸਚਨ, ਕਿਸ ਰਾਜ ਵਿੱਚ ਪਹਿਲੀ ਵਾਰੀ ਈਵੀਐਮ ਮਸ਼ੀਨ ਦੀ ਵਰਤੋਂ ਕੀਤੀ ਗਈ ਸੀ? ਜਿਹੜਾ ਆਪਾਂ ਈਵੀਐਮ ਦੀ ਗੱਲ ਕਰਦੇ ਹਾਂ, ਇਲੈਕਟ੍ਰੀਕਲ ਵੋਟਿੰਗ ਮਸ਼ੀਨ ਹੈਗਾ, ਸਭ ਤੋਂ ਪਹਿਲਾਂ ਕੀ ਹੁੰਦਾ ਸੀ? ਸ਼ੁਰੂ ਦੇ ਵਿੱਚ ਕੀ ਹੁੰਦਾ ਸੀ, ਜਾਂ ਸ਼ੁਰੂ ਛੱਡੋ, ਈਵੀਐਮ ਤਾਂ ਆਪਣੇ ਬਹੁਤ ਲੇਟ ਤੱਕ ਆਈ ਹੈ। ਪਹਿਲਾਂ ਸਾਡੇ ਪਰਚੀਆਂ ਬਣਾ ਕੇ ਵੋਟਿੰਗ ਕੀਤੀ ਜਾਂਦੀ ਸੀ, ਫਿਰ ਉਹਦੇ ਬੇਸਿਸ ਤੇ ਕਾਊਂਟਿੰਗ ਤੋਂ ਬਾਅਦ ਫਿਰ ਅਸੀਂ ਇੱਕ ਕਨਸੈਪਟ ਕਾਪੀ ਕਰਕੇ ਲਿਆਂਦਾ। ਅਸਲ ਦੇ ਵਿੱਚ ਯੂਰਪੀਅਨ ਕਨਸੈਪਟ ਹੈ ਕਿ ਅਸੀਂ ਈਵੀਐਮ ਲਿਆਂਦੀ। ਜਿਵੇਂ ਹੁਣ ਤੁਸੀਂ ਵੋਟ ਪਾਉਣ ਜਾਂਦੇ ਹੋ, ਤੁਸੀਂ ਬਟਨ ਪ੍ਰੈਸ ਕਰਦੇ ਹੋ, ਉਹਦੇ ਥਰੂ ਤੁਹਾਡੀ ਵੋਟ ਜਿਹੜੀ ਹੈਗੀ ਉਹ ਪਾਰਟਿਕੂਲਰ ਪਾਰਟੀ ਦੇ ਜਾਂ ਉਹ ਨੁਮਾਇੰਦੇ ਦੇ ਹਿੱਸੇ ਦੇ ਵਿੱਚ ਚਲੀ ਜਾਂਦੀ ਹੈ। ਜੇ ਅਸੀਂ ਈਵੀਐਮ ਦੀ ਗੱਲ ਕਰੀਏ, ਈਵੀਐਮ ਨੂੰ ਵਰਤੋਂ ਵਿੱਚ ਲੈ ਕੇ ਆਉਣ ਵਾਲਾ ਪਹਿਲਾ ਸਟੇਟ ਸੀਗਾ ਜਿਹੜਾ ਕਿ ਸਾਡੇ ਦੇਸ਼ ਦਾ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਸਟੇਟ ਹੈ, ਦੈਟ ਇਜ਼ ਕੇਰਲਾ। ਕੇਰਲਾ ਜੇ ਆਪਾਂ ਗੱਲ ਕਰੀਏ ਲਿਟਰੇਸੀ ਦੇ ਪੱਖ ਤੋਂ ਲਾ ਲਓ, ਚਾਹੇ ਜੇ ਆਪਾਂ ਕੇਰਲਾ ਗੱਲ ਕਰੀਏ ਤੁਸੀਂ ਲਿਟਰੇਸੀ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜਾ ਤੁਹਾਡਾ ਲਿੰਗ ਅਨੁਪਾਤ ਹੈ, ਸੈਕਸ ਰੇਸ਼ੋ ਆ, ਉਹਦੇ ਪੱਖ ਤੇ ਗੱਲ ਕਰੀਏ ਤਾਂ ਕੇਰਲਾ ਜਿਹੜਾ ਹੈਗਾ ਗਾ ਇਹ ਭਾਰਤ ਦੇ ਵਿੱਚ ਨੰਬਰ 1 ਸਟੇਟ ਹੈ। ਪੜ੍ਹੇ ਲਿਖੇ ਲੋਕ ਨੇ ਇੱਥੇ, ਔਰ ਇੱਥੇ ਔਰਤਾਂ ਦੀ ਗਿਣਤੀ ਕੰਪੈरेटिवली ਮੇਲਸ ਦੇ ਜ਼ਿਆਦਾ ਆ, ਠੀਕ ਹੈ। ਔਰ ਜੇ ਆਪਾਂ ਗੱਲ ਕਰੀਏ ਪੜ੍ਹਿਆ ਲਿਖਿਆ ਹੀ ਰਾਜ ਸੀ ਜਿਹਨੇ ਕਿ ਈਵੀਐਮ ਦੀ ਵਰਤੋਂ ਜਿਹੜੀ ਹੈਗੀ ਹੈ ਸਭ ਤੋਂ ਪਹਿਲੀ ਵਾਰੀ ਕੀਤੀ, ਠੀਕ ਹੈ। ਹਾਂਜੀ ਬਿਲकुल जी बिल्कुल, केरला केरला डेफिनेटली, ठीक है। अगला क्वेश्चन साडी स्क्रीन ते, भारत दे राष्ट्रपति दी चोण दी विवाद दा निपटारा कौन करदा है? सब तो पहले इत्थे सानू राष्ट्रपति दी चोण दा क्वेश्चन आया। इत्थे दो चार चीज़ां जड़ियां हैगियां ने ध्यान दे विच रखणियां। सब तो पहला पॉइंट यह है कि साडे देश दे विच राष्ट्रपति दी करवाई जांदी है, क्योंकि देखो जदों भी साडे देश दे विच असीं वख-वख अहुदियां दी गल करदे हां तां असीं क्लास च पहलां भी डिस्कस कीता है कि कई अहुदे नामजद कीते जांदे ने, कई अहुदे चुने जाते हैं और कई अहुदे सिलैक्ट किए। जे असीं राष्ट्रपति की गल करिए तो राष्ट्रपति साडे देश दे विच चुन के आउंदा है, और राष्ट्रपति की जिहड़ी चोण है वो किहड़ी विधि नाल कीती जांदी है? अप्रत्यक्ष विधि दे नाल कीती। राष्ट्रपति की चोण किहड़ी विधि नाल कीती जांदी है? अप्रत्यक्ष विधि दे नाल कीती जांदी है। इहदा आर्टिकल कितना हैगा राष्ट्रपति की लैके 54 है, और राष्ट्रपति की चोण विधि नूं लैके जे असीं गल करिए राष्ट्रपति की चोण विधि नूं लैके आर्टिकल किहड़ा हैगा 55 है। दोने पॉइंट्स दे विच डिफरेंस रखना है। आर्टिकल्स नूं याद करो, रिपीट करो, वारी वारी पढ़ियो, फिर किते आर्टिकल जाके दिमाग दे विच बैठणगे। दोबारा फिर दसदी हां, राष्ट्रपति की अप्रत्यक्ष तरीके नाल हुंदी है और राष्ट्रपति चुनिया जाता है। दूसरा पॉइंट, राष्ट्रपति की चोण किहड़े आर्टिकल दे हेठ आउंदी है 54, और राष्ट्रपति की चोण विधि किहड़े आर्टिकल दे हेठ आउंदी है 55।
ਜੇ ਅਸੀਂ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਪਾਰਟਿਸਿਪੇਟ ਕੌਣ-ਕੌਣ ਕਰਦਾ ਹੈ? ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ। ਰਾਸ਼ਟਰਪਤੀ ਦੀ ਚੋਣ ਦੇ ਵਿੱਚ ਪਾਰਟਿਸਿਪੇਟ ਕਰਦਾ ਹੈ ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ। ਪਰ ਇੱਥੇ ਤੁਸੀਂ ਧਿਆਨ ਰੱਖਣਾ ਹੈਗਾ, ਹੁਣ ਤਾਂ ਲੋਕ ਸਭਾ ਦੇ ਸਾਰੇ ਮੈਂਬਰ ਹੀ ਪਾਰਟਿਸਿਪੇਟ ਕਰਦੇ ਨੇ। ਜੇ ਆਪਾਂ ਰਾਜ ਸਭਾ ਦੀ ਗੱਲ ਕਰੀਏ, ਰਾਜ ਸਭਾ ਦੇ ਸਿਰਫ ਚੁਣੇ ਹੋਏ ਮੈਂਬਰ ਪਾਰਟਿਸਿਪੇਟ ਕਰਦੇ ਨੇ। ਚੁਣੇ ਹੋਏ ਮੈਂਬਰਾਂ ਤੋਂ ਕੀ ਭਾਵ ਹੈ, ਇਸ ਪੁਆਇੰਟ ਨੂੰ ਧਿਆਨ ਨਾਲ ਸੁਣਨਾ ਹੈ। ਪ੍ਰੈਜ਼ੈਂਟ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਨੇ? 245। 245 ਦੇ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ ਨੇ? 233। ਔਰ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ? ਟੋਟਲ 12 ਮੈਂਬਰ। ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ? 12 ਮੈਂਬਰ। ਜਦੋਂ ਅਸੀਂ ਨਾਮਜ਼ਦਗੀ ਦੀ ਗੱਲ ਕਰਦੇ ਹਾਂ, ਇਹ ਪੁਆਇੰਟ ਧਿਆਨ ਨਾਲ ਰੱਖਣਾ ਹੈ। ਵੈਸੇ ਤਾਂ ਆਪਾਂ ਬਹੁਤ ਡਿਟੇਲ ਚ ਪਹਿਲਾਂ ਪੜ੍ਹ ਚੁੱਕੇ ਹਾਂ। ਨਾਮਜ਼ਦ ਕੀਤੇ ਮੈਂਬਰ ਕਦੇ ਵੀ ਰਾਸ਼ਟਰਪਤੀ ਦੀ ਵਿੱਚ ਹਿੱਸਾ ਨਹੀਂ ਲੈਂਦੇ, ਤਾਂ ਹੀ ਕਰਕੇ ਕਿਹਾ ਜਾਂਦਾ ਹੈ ਕਿ ਰਾਜ ਸਭਾ ਦੇ ਸਿਰਫ ਹੋਏ ਭਾਵ ਕਿ 233 ਮੈਂਬਰ ਹੀ ਰਾਸ਼ਟਰਪਤੀ ਦੀ ਚੋਣ ਵਿੱਚ ਪਾਰਟਿਸਿਪੇਟ ਕਰਦੇ ਨੇ। ਤੇ ਜੇ ਕਿਤੇ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਕੋਈ ਵੀ ਡਿਸਪਿਊਟ ਆਉਂਦਾ ਹੈ, ਸਭ ਤੋਂ ਪਹਿਲਾਂ ਤਾਂ ਦੇਖੋ ਰਾਸ਼ਟਰਪਤੀ ਦੀ ਚੋਣ ਕਰਾਉਂਦਾ ਕੌਣ ਹੈਗਾ? ਰਾਸ਼ਟਰਪਤੀ ਦੀ ਚੋਣ ਕਰਾਉਂਦਾ ਹੈ ਜੀ ਸਾਡਾ ਚੋਣ ਕਮਿਸ਼ਨਰ। ਜੇ ਕਿਸੇ ਵੀ ਤਰੀਕੇ ਦਾ ਝਗੜਾ, ਕਿਸੇ ਵੀ ਤਰੀਕੇ ਦਾ ਪ੍ਰੋਬਲਮ ਆਉਂਦਾ ਹੈਗਾ ਤਾਂ ਇਹ ਸਿੱਧਾ ਕਿੱਥੇ ਜਾਂਦਾ ਹੈ? ਸਾਡੇ ਦੇਸ਼ ਦੀ ਸੁਪਰੀਮ ਕੋਰਟ ਕੋਲੇ। ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਝਗੜੇ ਜਿਹੜੇ ਹੈਗੇ ਨੇ ਉਹ ਸਾਰੇ ਦੇ ਸਾਰੇ ਕਿੱਥੇ ਜਾਂਦੇ ਨੇ? ਸੁਪਰੀਮ ਕੋਰਟ ਕੋਲੇ। ਠੀਕ ਹੈ ਜੀ, ਇਹ ਚੀਜ਼ ਧਿਆਨ ਚ ਰੱਖਣੀ ਹੈ। ਅਗਲਾ ਪੁਆਇੰਟ ਚੱਲਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਵਾਪਸ ਬੁਲਾਉਣ ਦੇ ਅਧਿਕਾਰਤ ਕੀਤਾ ਗਿਆ ਹੈ? ਇਹ ਕੁਐਸਚਨ ਕੀਤਾ ਤਾਂ ਠੀਕ ਹੈ, ਇਹ ਕੁਐਸਚਨ ਹੀ ਕੱਢ ਦੋ, ਰੋਂਗ ਲੈਂਗੁਏਜ ਯੂਜ਼ ਕੀਤੀ ਹੈ। ਨੈਕਸਟ, ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ? ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਤੁਸੀਂ ਦੇਖੋਗੇ ਕਿ ਆਮ ਜਿਹਾ ਕੁਐਸਚਨ ਹੈ ਪਰ ਇਹ ਕਾਫੀ ਵਾਰੀ ਜਿਹੜਾ ਹੈਗਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈਗਾ। ਠੀਕ ਹੈ, ਹਾਂਜੀ, ਜੇ ਅਸੀਂ ਗੱਲ ਕਰੀਏ ਇਹ ਕੁਐਸਚਨ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈਗਾ। ਠੀਕ ਹੈ, ਜੇ ਅਸੀਂ ਪਹਿਲੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਪਹਿਲੀਆਂ ਆਮ ਚੋਣਾਂ ਹੋਈਆਂ ਨੇ 1951 ਤੇ 1952 ਦੇ ਵਿੱਚ। ਆਮ ਚੋਣਾਂ ਸਮਝਦੇ ਹੋ, ਸਾਡਾ ਦੇਸ਼ ਆਜ਼ਾਦ ਹੋਇਆ, ਆਜ਼ਾਦ ਹੋਣ ਤੋਂ ਬਾਅਦ ਅਸੀਂ ਕੀ ਕੀਤਾ? 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਕੀਤਾ। ਜਿਵੇਂ ਅਸੀਂ ਆਪਣਾ ਸੰਵਿਧਾਨ ਲਾਗੂ ਕੀਤਾ ਉਹਦੇ ਵਿੱਚ ਸਾਡੇ ਚੋਣਾਂ ਦਾ ਪ੍ਰਬੰਧ ਐਕਸਪਲੇਨ ਕੀਤਾ ਗਿਆ ਸੀ। ਸੰਵਿਧਾਨ ਮਤਲਬ ਕੀ ਸੀ? ਦੇਸ਼ ਕਿਸ ਤਰੀਕੇ ਨਾਲ ਚੱਲੂਗਾ, ਕਿਸ ਤਰੀਕੇ ਨਾਲ ਇਲੈਕਸ਼ਨ ਹੋਊਗੀ, ਉਹਦੇ ਬੇਸਿਸ ਤੇ ਫਿਰ ਅਸੀਂ ਕੀ ਕੀਤਾ? 26 ਜਨਵਰੀ 1950 ਵਾਲੇ ਸੰਵਿਧਾਨ ਦੇ ਬੇਸਿਸ ਤੇ ਸਾਡੇ ਦੇਸ਼ ਦੇ ਵਿੱਚ ਪਹਿਲੀ ਵਾਰੀ ਅਸੀਂ ਇਲੈਕਸ਼ਨ ਕਰਵਾਈਆਂ 1951-52 ਦੇ ਵਿੱਚ। ਬਿਲਕੁਲ ਜੀ, ਜਿਹੜੇ ਬੱਚੇ ਆਨਸਰਸ ਕਰ ਰਹੇ ਨੇ ਬੱਚੇ ਬਹੁਤ ਅੱਛਾ। ਹੇਠ ਲਿਖੇ ਕਿਸ ਸੰਵਿਧਾਨਕ ਐਕਟ ਦੇ ਨਾਲ VOTING ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ? ਇਹ ਕਾਫੀ ਇੰਪੋਰਟੈਂਟ ਸਵਾਲ ਹੈ। ਇਹ ਲਗਭਗ ਅੱਜ ਤੱਕ ਪੰਜਾਬ ਦੇ ਵਿੱਚ 4 ਤੋਂ 5 ਵਾਰੀ ਰਿਪੀਟ ਹੋ ਕੇ ਆਇਆ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ। ਜੇ ਅਸੀਂ VOTING ਏਜ ਦੀ ਗੱਲ ਕਰੀਏ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਬਾਲਗ ਮਤ ਅਧਿਕਾਰ ਜਿਹੜਾ ਹੈਗਾ ਬਾਲਗ ਮਤ ਅਧਿਕਾਰ ਜਿਹੜਾ ਹੈਗਾ ਉਹ ਫੋਲੋ ਕੀਤਾ ਗਿਆ। ਬਾਲਗ ਮਤ ਅਧਿਕਾਰ ਜਿਹੜਾ ਹੈਗਾ ਉਹ ਫੋਲੋ ਕੀਤਾ ਗਿਆ। ਬਾਲਗ ਮਤ ਅਧਿਕਾਰ ਦਾ ਮਤਲਬ ਹੈ ਕਿ ਸਾਡੇ ਦੇਸ਼ ਦਾ ਹਰ ਨਾਗਰਿਕ ਜੋ ਆਪਣੀ 18 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੈਗਾ ਉਹ ਆਪਣੇ ਦੇਸ਼ ਦੇ ਵਿੱਚ ਵੋਟ ਪਾ ਸਕਦਾ। ਚਾਹੇ ਉਹ ਵੋਟ ਸਾਡੇ ਪਿੰਡ ਪੱਧਰ ਤੇ, ਸ਼ਹਿਰ ਪੱਧਰ ਤੇ ਹੈ, ਚਾਹੇ ਉਹ ਵੋਟ ਸਾਡੇ ਵਿਧਾਨ ਸਭਾ ਕਹਿ ਲਓ ਕਿ ਵਿਧਾਨ ਸਭਾ ਲੋਕ ਸਭਾ ਪੱਧਰ ਤੇ ਹੈ। ਔਰ ਜੇ ਅਸੀਂ ਗੱਲ ਕਰੀਏ, ਪਹਿਲਾਂ ਸਾਡੇ ਦੇਸ਼ ਦੇ ਵਿੱਚ ਵੋਟ ਪਾਉਣ ਦੀ ਉਮਰ ਜਿਹੜੀ ਹੁੰਦੀ ਸੀ ਉਹ 21 ਸਾਲ ਹੁੰਦੀ ਸੀ। ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਘਟਾ ਕੇ ਕਿੰਨੀ ਕਰਤੀ? 18 ਸਾਲ। ਕਿੰਨੀ ਘਟਾ ਕੇ ਕਰਤੀ ਆਪਾਂ ਨੇ ਇਹਨੂੰ? 18 ਸਾਲ। ਸੋ ਇਹ ਕਿਹੜੀ ਸੋਧ ਨਾਲ ਹੋਈ ਆ? ਇਹ ਸੋਧ ਹੋਈ ਹੈ 61ਵੀਂ ਸੋਧ ਐਕਟ 1988 1988 ਦੇ ਵਿੱਚ, ਪਰ ਇਹਨੂੰ ਇੰਪਲੀਮੈਂਟ ਕੀਤਾ ਗਿਆ 1989 ਦੇ ਵਿੱਚ, ਕਿਉਂਕਿ ਜਦੋਂ ਐਕਟ ਬਣਦਾ ਹੈ ਉਹਦਾ ਇੰਪਲੀਮੈਂਟੇਸ਼ਨ ਈਅਰ ਜਿਹੜਾ ਹੁੰਦਾ ਉਹ ਉਸ ਤੋਂ ਅਗਲਾ ਸਾਲ ਹੁੰਦਾ ਹੈ, ਕਿ ਆਪਾਂ ਕਲਾਸ ਦੇ ਵਿੱਚ ਡਿਸਕਸ ਕੀਤਾ। तो साडे देश दे विच वोट पाउण दी उमर 21 साल तो घटा के 18 कर दित्ती गई है। ये किहदे करके, किहड़ी सोध करके हुई है? 61वीं सोध एक्ट 1988 दे तहत हुई। वेरी गुड जी, वेरी गुड। जिहड़े बच्चे आंसर नहीं 86 नहीं, दिस इज 89। ठीक है, चलो जी अगला पॉइंट। भारत का पहला चोण कमिश्नर कौन सी? जिन्नियां भी साडियां बॉडीज ने, चाहे चोण कमिश्नर है, चाहे चोण कमिशन है, चाहे वित्त कमिशन है, चाहे आप कह लीए कैग है, चाहे अटॉर्नी जनरल ऑफ इंडिया है, चाहे कुछ भी बॉडी है, ਉਹਦੇ ਵਿੱਚ ਤੁਸੀਂ ਪਹਿਲਾ ਤੇ ਪ੍ਰੈਜ਼ੈਂਟ ਜ਼ਰੂਰ ਯਾਦ ਰੱਖਣਾ। ਸਾਡਾ ਪਹਿਲਾ AGI ਕੌਣ ਸੀ? ਪ੍ਰੈਜ਼ੈਂਟ ਅਟਾਰਨੀ ਜਨਰਲ ਕੌਣ ਹੈ? ਪਹਿਲਾ ਕੈਗ ਕੌਣ ਸੀ? ਪ੍ਰੈਜ਼ੈਂਟ ਕੌਣ ਹੈ? ਪਹਿਲਾ ਚੋਣ ਕਮਿਸ਼ਨਰ ਕੌਣ ਸੀ? ਪ੍ਰੈਜ਼ੈਂਟ ਕੌਣ ਹੈ? ਇਹ ਚੀਜ਼ਾਂ ਆਪਾਂ ਕਲਾਸ ਦੇ ਵਿੱਚ ਸਾਰੀਆਂ ਡਿਟੇਲਸ ਕੀਤੀਆਂ ਨੇ ਜਦੋਂ ਐਗਜ਼ਾਮੀਨਰ
सवाल पूछता तो इस तरीके के क्वेश्चन थोड़े टैट के टेस्ट के नाल मैच करते हैं बिल्कुल। ठीक है, सो जे असीं गल करिए क्वेश्चन सारे बच्चों को पता होना है बिकॉज आप क्लास के ही वारी कर लिया और थोड़े पेपर के आया भी होएगा कि भारत में पहला चोण कौन सी सेन और जे आप अज की गल करिए तो अज साडे देश कौन है राजीव कुमार प्रेजेंट साडे देश का चोण कौन है राजीव कुमार चोण कमिशन मेरे आर्टिकल के हेठ आउंदा है 324 तो कुछ चीज़ां रिपीट करोगे तो थोड़े दिमाग दे विच कंप्लीटली बैठणगियां। हाँ जी, उस तो बाद जे आपां गल करिए ना एक चीज़ होर ध्यान दे विच रखनी है जिहड़ी आपां कल डिस्कस की मेरे दिमाग दे विच एक पॉइंट होर आया जिहड़ा आपां दस दईए साडे देश दे विच अड्ड-अड्ड अहुदिਆਂ ਨੂੰ हटाउण दी विधि अड्ड-अड्ड है। ਜਦੋਂ ਵੀ ਅਸੀਂ ਕਿਸੇ ਅਹੁਦੇ ਨੂੰ ਹਟਾਉਣ ਦੀ ਗੱਲ ਕਰਦੇ ਹਾਂ ਤਾਂ ਦੋ ਤਰੀਕੇ ਨਾਲ ਪ੍ਰੋਸੈਸ ਫੋਲੋ ਕੀਤਾ ਜਾਂਦਾ ਹੈ। ਇੱਕ ਤਾਂ ਮਹਾਦੋਸ਼ ਲਗਾ ਕੇ ਹਟਾਇਆ ਜਾਂਦਾ ਹੈ ਔਰ ਦੂਸਰਾ ਕਿਵੇਂ ਹਟਾਇਆ ਜਾਂਦਾ ਹੈ ਜੀ ਦੂਸਰਾ ਕਿਵੇਂ ਹਟਾਇਆ ਜਾਂਦਾ ਸਪੈਸੀਫਿਕ ਸਿੰਪਲ ਵਿਧੀ ਦੇ ਨਾਲ ਠੀਕ ਹੈ। ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਮਹਾਦੋਸ਼ ਲਾਉਣ ਦੀ ਗੱਲ ਕਰਦੇ ਹਾਂ ਮਹਾਦੋਸ਼ ਸਿਰਫ 4 ਅਹੁਦਿਆਂ ਦੇ ਉੱਪਰ ਲੱਗਦਾ ਹੈ ਰਾਸ਼ਟਰਪਤੀ ਉੱਪਰ ਲੱਗਦਾ ਹੈ ਦੇ ਉੱਪਰ ਲੱਗਦਾ ਹੈ ਮੁੱਖ ਚੋਣ ਦੇ ਉੱਪਰ ਲੱਗਦਾ ਹੈ ਔਰ ਚੌਥਾ ਜੇ ਅਸੀਂ ਗੱਲ ਕਰੀਏ ਕੈਗ ਦੇ ਉੱਪਰ ਲੱਗਦਾ ਹੈ ਠੀਕ ਹੈ। ਸੋ ਇਹਨਾਂ ਅਹੁਦਿਆਂ ਤੇ ਜਿਹੜਾ ਹੈਗਾ ਹੈਲੋ ਹਾਂਜੀ ਹੁਣ ਦੱਸੋ ਬਈ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ। ਕਨਫਰਮ ਕਰਿਓ ਆਵਾਜ਼ ਆ ਗਈ ਇੱਕ ਵਾਰੀ ਕਨਫਰਮ ਕਰ ਦਿਓ। ओके ओके बस क्लीयर आ गई मेरे ख्याल ਦੇ ਵਿੱਚ ਆਵਾਜ਼ ਕਈ ਵਾਰੀ ਕੋਈ ਵਾਇਰ ਵੂਰ ਹਲ ਜਾਂਦੀ। ਚਲੋ ਜੀ ਆਪਾਂ ਕੀ ਡਿਸਕਸ ਕਰ ਰਹੇ ਸੀਗੇ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਅਸੀਂ ਇਹ ਨਾ ਕਨਸੈਪਟ ਧਿਆਨ ਨਾਲ ਹੀ ਸੁਣੋ ਬਹੁਤ ਇੰਪੋਰਟੈਂਟ ਹੈ ਕਿ ਕਲੈਰੀਫਾਈ ਬਹੁਤ ਘੱਟ ਬੱਚਿਆਂ ਨੂੰ ਜਦੋਂ ਅਸੀਂ ਕਿਸੇ ਵੀ ਅਹੁਦੇ ਨੂੰ ਰਿਮੂਵ ਕਰਨਾ ਪਹਿਲੀ ਗੱਲ ਤਾਂ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਅਹੁਦੇ ਨੂੰ ਰਿਮੂਵ ਕੀਤਾ ਜਾ ਸਕਦਾ ਚਾਹੇ ਉਹ ਰਾਸ਼ਟਰਪਤੀ ਹੈ ਚਾਹੇ ਉਹ ਪ੍ਰਧਾਨ ਮੰਤਰੀ ਕੋਈ ਵੀ ਬੰਦਾ ਹੈ ਰਿਮੂਵ ਕਰਨ ਦਾ ਮਤਲਬ ਹੈ ਉਹਦੇ ਸਮੇਂ ਤੋਂ ਪਹਿਲਾਂ ਉਹਨੂੰ ਹਟਾ ਦੇਣਾ ਸਾਡੇ ਦੇਸ਼ ਦੇ ਵਿੱਚ ਜੀ ਚੀਜ਼ ਹੈ ਅਸੀਂ ਕਿਸੇ ਵੀ ਅਹੁਦੇ ਨੂੰ ਦੇ ਸਮੇਂ ਤੋਂ ਪਹਿਲਾਂ ਹਟਾ ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਰਾਸ਼ਟਰਪਤੀ ਦਾ ਅਹੁਦਾ ਜਿਹੜਾ ਹੈਗਾ ਮਹਾਦੋਸ਼ ਵਾਲੇ ਅਹੁਦੇ ਡਿਸਕਸ ਕਰ ਲੈਂਦੇ ਹਾਂ ਰਾਸ਼ਟਰਪਤੀ ਦਾ ਅਹੁਦਾ ਮਹਾਦੋਸ਼ ਲਾ ਕੇ ਹਟਾਇਆ ਸਾਡੇ ਦੇਸ਼ ਦੇ ਚੋਣ ਕਮਿਸ਼ਨਰ ਨੂੰ ਮੁੱਖ ਚੋਣ ਕਮਿਸ਼ਨਰ ਬਾਕੀ ਦੇ ਚੋਣ ਕਮਿਸ਼ਨਰ ਨੂੰ ਨਹੀਂ ਜਿਹੜਾ ਮੁੱਖ ਚੋਣ ਉਹਨੂੰ ਹਟਾਇਆ ਜਾਂਦਾ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਸ ਨੂੰ ਹਟਾਇਆ ਜਾਂਦਾ ਔਰ ਫੋਰਥ ਸਾਡੇ ਦੇਸ਼ ਕੈਗ ਜਿਹੜਾ ਕਿ ਭਾਰਤ ਦਾ ਮਹਾਲੇਖ ਅਧਿਕਾਰੀ ਹੈ ਉਹਨੂੰ ਹਟਾਇਆ ਜਾਂਦਾ ਸੋ ਬੇਸਿਕਲੀ ਜੇ ਆਪਾਂ ਗੱਲ ਕਰੀਏ ਇਸ ਚੀਜ਼ ਬਾਰੇ ਤਾਂ ਇਹਦੇ ਚ ਕੁਝ ਸ਼ਬਦਾਵਲੀ ਸੰਵਿਧਾਨ ਦੇ ਵਿੱਚ ਡਿਫਰੈਂਟਲੀ ਜਾਂਦੀ ਹੈ ਜਿਹੜਾ ਮਹਾਦੋਸ਼ ਸ਼ਬਦ ਹੈ ਡਾਇਰੈਕਟਲੀ ਉਹ ਸਿਰਫ ਰਾਸ਼ਟਰਪਤੀ ਦੇ ਲਈ ਵਰਤਿਆ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਸਿਰਫ ਮਹਾਦੋਸ਼ ਸ਼ਬਦ ਸਿਰਫ ਇੱਕ ਜਗ੍ਹਾ ਤੇ ਵਰਤਿਆ ਗਿਆ ਕਿ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਮਹਾਦੋਸ਼ ਲਗਾਇਆ ਜਾਵੇਗਾ ਜਦੋਂ ਅਸੀਂ ਬਾਕੀ ਦੇ ਅਹੁਦਿਆਂ ਦੀ ਗੱਲ ਕਰਦੇ ਹਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣ ਵਾਸਤੇ ਕੀ ਕੀਤਾ ਜਾਂਦਾ ਹੈ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਉਸੇ ਵਿਧੀ ਨਾਲ ਹਟਾਇਆ ਜਾਂਦਾ ਹੈ ਜਿਹੜੀ ਵਿਧੀ ਨਾਲ ਰਾਸ਼ਟਰਪਤੀ ਨੂੰ ਹਟਾਇਆ ਜਾਂਦਾ ਹੈ ਤਾਂ ਇਹਦਾ ਮਤਲਬ ਇਹ ਇਨਡਾਇਰੈਕਟਲੀ ਕੀ ਹੋ ਗਿਆ ਮਹਾਦੋਸ਼ ਹੋ ਗਿਆ ਪਰ ਜਦੋਂ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਗੱਲ ਕੀਤੀ ਜਾਂਦੀ ਹੈ ਇੱਥੇ ਕਿਹਾ ਜਾਂਦਾ ਹੈ ਕਿ ਕਮਿਸ਼ਨਰ ਨੂੰ ਹਟਾਉਂਦਾ ਰਾਸ਼ਟਰਪਤੀ ਹੈ ਪਰ ਕਿਹਦੀ ਸਲਾਹ ਤੇ ਹਟਾਉਂਦਾ ਸੰਸਦ ਦੀ ਸਲਾਹ ਤੇ ਹਟਾਉਂਦਾ ਕਿਸ ਸਲਾਹ ਤੇ ਹਟਾਉਂਦਾ ਹੈਗਾ ਸੰਸਦ ਦੀ ਸਲਾਹ ਤੇ ਹਟਾਉਂਦਾ ਜਦੋਂ ਵੀ ਕਿਤੇ ਤੁਹਾਨੂੰ ਸ਼ਬਦ ਮਿਲੇ ਕਿ ਸੰਸਦ ਦੀ ਸਲਾਹ ਤੇ ਹਟਾਇਆ ਜਾਂਦਾ ਹੈ ਤਾਂ ਸੰਸਦ ਦੀ ਸਲਾਹ ਦਾ ਮਤਲਬ ਜਿਹੜਾ ਹੈਗਾ ਉਹ ਡਾਇਰੈਕਟਲੀ ਇਨਡਾਇਰੈਕਟਲੀ ਮਹਾਦੋਸ਼ ਹੀ ਹੁੰਦਾ ਹੈ ਕਿਉਂਕਿ ਜਦੋਂ ਸੰਸਦ ਸਲਾਹ ਦਊਗੀ ਤਾਂ ਇਹਦਾ ਮਤਲਬ ਉਹ ਬਿੱਲ ਪਾਸ ਕਰੂਗੀ ਤੇ ਬਿੱਲ ਪਾਸ ਕਰਨ ਦਾ ਮਤਲਬ ਉਹਦੇ ਤੇ ਕੀ ਲੱਗ ਗਿਆ ਪਾਰਟਿਕੂਲਰਲੀ ਹਾਂਜੀ ਐਪ ਤੇ ਕਲਾਸ ਅੱਜ ਸਾਰੀਆਂ ਕਲਾਸਿਸ ਐਪ ਤੇ ਸ਼ਿਫਟ ਹੋ ਜਾਣਗੀਆਂ ਕੱਲ ਤੋਂ ਕਲਾਸਿਸ ਐਪ ਦੇ ਉੱਪਰ ਚੱਲਣਗੀਆਂ
ਵੈਸੇ ਵੀ YouTube ਤੇ ਮੈਂ ਤਾਂ ਮਤਲਬ ਮੇਰਾ ਤਾਂ ਮਨ ਨਹੀਂ ਹੈਗਾ ਕਿ ਮੈਂ ਠੀਕ ਹੈ, ਮਤਲਬ ਇੱਥੇ ਐਵੇਂ ਬਿਨਾਂ ਗੱਲ ਤੋਂ ਯਾਰ ਸਾਡੀ ਵੀ ਕੋਈ ਮਤਲਬ ਵੀ ਸੈਲਫ ਰਿਸਪੈਕਟ ਹੈਗੀ, ਕੋਈ ਅਸੀਂ ਤੁਸੀਂ ਥੋੜਾ ਲੈ ਲਵਾਂਗੇ, ਠੀਕ ਹੈ। ਤਾਂ ਮੈਨੂੰ ਤਾਂ ਪਰਸਨਲੀ ਕੋਈ ਪੈਸੇ ਪੂਸੇ ਦੀ ਲੋੜ ਨਹੀਂ ਹੈਗੀ, ਮੇਰਾ ਤਾਂ ਵਧੀਆ ਸਰਦਾ ਵਰਦਾ ਹੈਗਾ, ਪਰ ਮੈਂ ਇੱਥੇ ਆ ਕੇ ਕਿਸੇ ਦੀ ਬਕਵਾਸ ਨਹੀਂ ਸੁਣੀ। ਸਿੰਪਲ ਐਂਡ ਸਟ੍ਰੇਟ ਮੈਂ ਪੜ੍ਹਾਉਂਗੀ, ਜੀ ਲਾ ਦੂੰਗੀ, ਮਨ ਲਾ ਦੂੰਗੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਇੰਨਾ ਕ੍ਰੂਸ਼ਲ ਟਾਈਮ ਹੋਣ ਦੇ ਬਾਵਜੂਦ ਵੀ ਮੈਂ ਇੱਥੇ ਤੁਹਾਡੇ ਲਈ ਖੜੀ ਹਾਂ, ਕਿਉਂਕਿ ਮੈਨੂੰ ਪਤਾ ਕਿ ਕਈ ਵਾਰੀ ਕੁਛ ਫਰਜ਼ਾਂ ਤੋਂ ਅਸੀਂ ਨਹੀਂ ਭੱਜ ਸਕਦੇ, ਅਦਰਵਾਈਜ਼ ਮੈਨੂੰ ਕੋਈ ਕੁਛ ਕਹਿ ਨਹੀਂ ਸਕਦਾ ਇੱਥੇ ਆ ਕੇ, ਜਾਂ ਮੈਨੂੰ ਕੋਈ ਹਟਾ ਨਹੀਂ ਸਕਦਾ ਇੱਥੇ ਆ ਕੇ, ਜੇ ਮੈਂ ਛੁੱਟੀ ਵੀ ਲੈਣੀ ਹੋਵੇ ਤਾਂ, ਠੀਕ ਹੈ। ਤਾਂ ਪਰ ਨਾ ਮਤਲਬ ਵੀ ਨਹੀਂ, ਗੁੱਸੇ ਵਾਲੀ ਗੱਲ ਨਹੀਂ ਹੈਗੀ ਗੀ, ਮਤਲਬ ਵੀ ਮੈਨੂੰ ਗੁੱਸਾ ਤਾਂ ਚਲੋ ਕੀ ਕਰਨਾ, ਆਪਣਾ ਕਿਹੜਾ ਕੋਈ ਉਹ ਹੈਗਾ ਹਨਾ, ਆ ਕੇ ਕਰਕੇ ਦੋ ਚਾਰ ਮਤਲਬ ਵੀ ਬਿਲਕੁਲ ਬਿਲकुल ਐਪ ਤੇ ਪੇਡ ਕਲਾਸਿਸ ਨੇ, ਮੈਂ ਐਪ ਤੇ ਲਾਉਂਗੀ ਕਰਕੇ ਦੋ ਚਾਰ ਲੰਡੂ ਜੇ ਮੈਸੇਜ ਤੇ ਤੁਹਾਨੂੰ ਐ ਲੱਗਦਾ ਵੀ ਪਤਾ ਨਹੀਂ ਕੀ, ਠੀਕ ਹੈ। ਤਾਂ ਆਪਦੀ ਜਿਹੜਾ ਵੀ ਤੁਹਾਡਾ ਸਿਸਟਮ ਨਾ ਆਪਦੇ ਪੱਲੇ ਰੱਖੋ, ਜਿੱਥੇ ਤੁਹਾਨੂੰ ਚਿੱਤ ਕਰਦਾ ਉੱਥੇ ਜਾਓ, ਜਿੱਥੇ ਤੁਹਾਨੂੰ ਵਧੀਆ ਲੱਗਦਾ ਉੱਥੇ ਜਾਓ। ਜੇ ਸਾਡਾ ਸਵਾਲ ਹੈ ਤਾਂ ਅਸੀਂ ਆਪਣੀ ਆਪ ਨੂੰ ਲੈ ਕੇ ਫੁੱਲੀ ਕੌਨਫੀਡੈਂਟ ਆ ਕਿ ਅਸੀਂ ਜੋ ਕਰਾ ਰਹੇ ਹਾਂ ਸਪੈਸੀਫਿਕ ਅਸੀਂ ਬਹੁਤ ਮਿਹਨਤ ਦੇ ਨਾਲ ਕਰਾ ਰਹੇ ਹਾਂ। ਤੁਸੀਂ ਹੱਥ ਲਾ ਕੇ ਕਹਿ ਦਿਓ ਵੀ ਫਲਾਣਾ ਬੰਦਾ ਇਸ ਤਰੀਕੇ ਨਾਲ ਤਿਆਰੀ ਕਰਾ ਰਿਹਾ ਟੈਟ ਦੀ, ਠੀਕ ਹੈ। ਤਾਂ ਬਈ ਅਸੀਂ ਇੱਥੇ ਫਿਰ ਸਾਡਾ ਵੀ ਡਿਗਨਿਟੀ ਹੈਗੀ, ਤੁਸੀਂ ਆਪਦੇ ਸਵਾਲ ਜਵਾਬ ਨੇ ਜਿਹੜੇ ਤੁਹਾਨੂੰ ਕੁਐਰੀ ਨੰਬਰ ਦਿੱਤਾ ਹੋਇਆ, ਤੁਸੀਂ ਇੱਥੇ ਆ ਕੇ ਮੌਜ ਨਾਲ ਫੱਟੇ ਚੱਕੀ ਜਾਂਦੇ ਰਹਿੰਦੇ ਹੋ, ਠੀਕ ਹੈ। ਨਹੀਂ ਨਹੀਂ, ਮੈਨੂੰ ਪਤਾ ਯਾਰ ਨਾਲ ਤਾਂ ਹੈਗੇ ਹੋਣਗੇ ਜਿਹੜੇ ਬੱਚੇ ਫੀਸ ਦਾ ਕਹਿ ਰਹੇ ਨੇ, ਯਾਰ ਤੁਸੀਂ ਇਸ ਨੰਬਰ ਤੇ ਕਾਲ ਕਰੋ 98 ਤਾਂ ਪਲੀਜ਼ ਇੱਥੇ ਕੁਐਰੀ ਸੋਲਵ ਕਰਨੀਆਂ ਬਹੁਤ ਔਖੀਆਂ ਹੋ, ਮਤਲਬ ਤੁਸੀਂ ਆਪ ਦੇਖੋ ਯਾਰ, ਇੰਨਾ ਬਿਜ਼ੀ ਹੋਣ ਦੇ ਬਾਵਜੂਦ ਆ ਬੰਦਾ ਆ ਰਿਹਾ ਹੈਗਾ, ਤਾਂ ਫਿਰ ਪਤਾ ਨਹੀਂ ਇਹ ਕੌਣ ਸੀ, ਕਿਹਨੂੰ ਸੀ, ਕਿਹੜਾ ਸਿਲੇਬਸ ਨਹੀਂ ਕਰਾਇਆ, ਚਾਰ ਚਾਰ ਵਾਰੀ ਸਿਲੇਬਸ ਕਰਾਤਾ, ਚਾਰ ਚਾਰ ਵਾਰੀ ਸਿਲੇਬਸ। ਮੈਂ ਹੈਰਾਨ ਆ ਵੀ ਕੋਈ ਤੁਹਾਡੀ ਨਾ ਬਾਤ ਨਹੀਂ ਪੁੱਛੂਗਾ ਬਾਹਰ ਜਾ ਕੇ। ਤਾਂ ਮਤਲਬ ਅਸੀਂ ਵੀ ਇਹੋ ਜਿਹੇ ਸਿਸਟਮਾਂ ਚੋਂ ਆਏ ਹਾਂ, ਸਾਨੂੰ ਵੀ ਪਤਾ ਬਾਹਰ ਕੀ ਚੱਲ ਰਿਹਾ ਹੈਗਾ, ਪਰ ਫਿਰ ਸਟਿਲ ਚੋਣ ਕਮਿਸ਼ਨ ਵਿੱਚ ਕੁੱਲ ਕਿੰਨੇ ਮੈਂਬਰ ਹੁੰਦੇ ਨੇ? ਚੋਣ ਕਮਿਸ਼ਨ ਦੇ ਵਿੱਚ ਹੁੰਦੇ ਨੇ ਟੋਟਲ 3 ਮੈਂਬਰ, ਜਿਹੜਾ ਕਿ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਦੈਟ ਇਜ਼ 1+2। ਇੱਕ ਹੁੰਦਾ ਮੁੱਖ ਚੋਣ ਕਮਿਸ਼ਨਰ ਤੇ ਦੋ ਹੁੰਦੇ ਨੇ ਚੋਣ ਕਮਿਸ਼ਨਰ। ਸੋ ਇਹ ਤਿੰਨਾਂ ਦੀ ਬੋਡੀ ਜਿਹੜੀ ਹੈਗੀ ਆ ਉਹ ਸਪੈਸੀਫਿਕ ਤਰੀਕੇ ਦੇ ਨਾਲ ਕੀ ਬਣਦੀ ਹੈ ਜੀ, ਟੋਟਲ ਮੈਂਬਰ ਕਿੰਨੇ ਬਣਦੇ ਨੇ? 3 ਬਣਦੇ ਨੇ, 1+2 ਦਾ ਕੰਬੀਨੇਸ਼ਨ ਹੁੰਦਾ, ਇੱਕ ਮੁੱਖ ਚੋਣ ਕਮਿਸ਼ਨਰ ਹੈ, ਬਾਕੀ ਦੇ ਚੋਣ ਦੋ। ਅਗਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਹੈ, ਭਾਰਤ ਦੇ ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ? ਜਦੋਂ ਵੀ ਅਸੀਂ ਕਿਸੇ ਅਹੁਦੇ ਨੂੰ ਪੜਾਂਗੇ, ਜਦੋਂ ਵੀ ਅਸੀਂ ਕਿਸੇ ਅਹੁਦੇ ਨੂੰ ਪੜਾਂਗੇ ਤਾਂ ਉਹਦਾ ਕਾਰਜਕਾਲ ਜਾਂ ਉਹਦੀ ਰਿਟਾਇਰਮੈਂਟ ਏਜ, ਦੋਵੇਂ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਹਾਂਜੀ, ਬਿਲਕੁਲ ਜੀ, ਆਲਮੋਸਟ ਬੱਚਿਆਂ ਦੇ ਆਨਸਰਸ ਜਿਹੜੇ ਹੈਗੇ ਨੇ ਇਸ ਚੀਜ਼ ਨੂੰ ਲੈ ਕੇ ਸਹੀ ਨੇ। ਧਿਆਨ ਨਾਲ ਦੇਖਣਾ, ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਸਾਰੇ ਅਹੁਦਿਆਂ ਦਾ ਟਾਈਮ ਟੈਨਿਊਰ ਪੜ੍ਹਦੇ ਹਾਂ ਆਪਾਂ, ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਰਾਸ਼ਟਰਪਤੀ ਦੀ ਗੱਲ ਕਰਦੇ ਹਾਂ 5 ਸਾਲ ਟਾਈਮ ਟੈਨਿਊਰ ਹੈ, ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਉਪ ਰਾਸ਼ਟਰਪਤੀ ਦੀ ਗੱਲ ਕਰਦੇ ਹਾਂ ਤਾਂ ਵੀ 5 ਸਾਲ ਹੈ, ਪੀਐਮ ਦੀ ਗੱਲ ਕਰਦੇ ਹਾਂ ਤਾਂ ਵੀ 5 ਸਾਲ ਹੈ, ਐਮਪੀ ਦੀ ਗੱਲ ਕਰਦੇ ਹਾਂ ਤਾਂ ਵੀ 5 ਸਾਲ ਹੈ। ਜੇ ਆਪਾਂ ਰਾਜ ਸਭਾ ਦੇ ਐਮਪੀ ਦੀ ਗੱਲ ਕਰਦੇ ਹਾਂ ਤਾਂ ਕਿੰਨਾ ਟਾਈਮ ਟੈਨਿਊਰ ਹੈ? 6 ਸਾਲ ਹੈ। ਸਾਰਿਆਂ ਦੇ ਟਾਈਮ ਟੈਨਿਊਰ ਧਿਆਨ ਦੇ ਨਾਲ ਦੇਖਣੇ ਨੇ। ਜੇ ਆਪਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਗੱਲ ਕਰਦੇ ਹਾਂ ਤਾਂ 6 ਸਾਲ ਹੈ। ਜੇ ਆਪਾਂ ਕੈਗ ਦੀ ਗੱਲ ਕਰਦੇ ਹਾਂ ਤਾਂ ਟਾਈਮ ਟੈਨਿਊਰ ਸਾਲ ਹੈ। ਜੇ ਆਪਾਂ ਏਜੀਆਈ ਦੀ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਵੀ ਰਾਸ਼ਟਰਪਤੀ ਦੀ ਮਰਜ਼ੀ ਤੇ ਛੱਡ ਦਿੱਤਾ ਜਾਂਦਾ, ਪਰ ਰਾਸ਼ਟਰਪਤੀ ਨੂੰ ਓਵਰਆਲ 6 ਸਾਲਾਂ ਦੇ ਲਈ ਅਪੁਆਇੰਟ ਕਰ ਲੈਂਦਾ ਹੈ, ਠੀਕ ਹੈ। ਵੈਸੇ ਇਹ ਲਿਖਿਆ ਜਾਂਦਾ ਹੈ, ਇਹ ਚੀਜ਼ ਧਿਆਨ ਨਾਲ ਦੇਖਣੀ ਹੈ ਕਿ ਅਟਾਰਨੀ ਜਨਰਲ ਆਫ ਇੰਡੀਆ ਦਾ ਜਿਹੜਾ ਟਾਈਮ ਟੈਨਿਊਰ ਹੈਗਾ ਇਹ ਟੋਟਲੀ ਕਿਹਦੀ ਮਰਜ਼ੀ ਤੇ ਛੱਡ ਦਿੱਤਾ ਜਾਂਦਾ ਹੈ? ਰਾਸ਼ਟਰਪਤੀ ਦੀ ਮਰਜ਼ੀ ਤੇ ਛੱਡ ਦਿੱਤਾ ਜਾਂਦਾ, ਉਹ ਜਦੋਂ ਮਰਜ਼ੀ ਨੂੰ ਉਹਦੇ ਅਹੁਦੇ ਤੋਂ ਹਟਾ ਕੇ ਦੁਬਾਰਾ ਉਧਰ ਉਧਰ ਭੇਜ ਸਕਦਾ। ਜੇ ਅਸੀਂ ਰਾਜਪਾਲ ਦੀ ਗੱਲ ਕਰੀਏ, ਰਾਜਪਾਲ ਦੇ ਅਹੁਦੇ ਦਾ ਕਾਰਜਕਾਲ 5 ਸਾਲ ਹੁੰਦਾ ਹੈ, ਸੀਐਮ ਦੇ ਅਹੁਦੇ ਦਾ ਕਾਰਜਕਾਲ 5 ਸਾਲ ਹੁੰਦਾ ਹੈ, ਐਮਐਲਏ ਦੇ ਅਹੁਦੇ ਦਾ ਕਾਰਜਕਾਲ 5 ਸਾਲ ਹੁੰਦਾ ਹੈ, ਐਮਐਲਸੀ ਮਤਲਬ ਵਿਧਾਨ ਪਰਿਸ਼ਦ ਦੇ ਮੈਂਬਰ ਦਾ ਕਾਰਜਕਾਲ 6 ਸਾਲ ਹੁੰਦਾ ਹੈਗਾ। ਔਰ ਜੇ ਆਪਾਂ ਗੱਲ ਕਰੀਏ ਸਾਡੇ ਚੋਣ ਕਮਿਸ਼ਨਰ ਦਾ ਕਾਰਜਕਾਲ 6 ਸਾਲ ਹੁੰਦਾ ਹੈਗਾ। ਜੇ ਆਪਾਂ ਗੱਲ ਕਰੀਏ ਸਾਡੇ ਵਿੱਤ ਕਮਿਸ਼ਨਰ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਤਾਂ ਜਦੋਂ ਵੀ ਤੁਸੀਂ ਕੋਈ ਟੌਪਿਕ ਪੜ੍ਹਦੇ ਹੋ ਨਾ, ਉਹਦੇ ਰਿਲੇਟਡ ਤੁਸੀਂ ਸਾਰੇ ਟੌਪਿਕਸ ਦੇ ਵਿੱਚ ਉਹ ਚੀਜ਼ਾਂ ਕਰ ਲੈਣੀਆਂ। ਜਿਵੇਂ ਕਈ ਵਾਰੀ ਤੁਹਾਨੂੰ ਐਗਜ਼ਾਮੀਨਰ ਕੁਐਸਚਨ ਪੁੱਛਦਾ ਹੁੰਦਾ ਹੈ ਕਿ ਕਿਹੜਾ ਅਹੁਦਾ ਗ੍ਰਹਿਣ ਕਰਨ ਦੇ ਲਈ ਘੱਟ ਤੋਂ ਘੱਟ ਉਮਰ
ਚਾਹੀਦੀ ਹੈ, ਫਿਰ ਤੁਸੀਂ ਸਾਰੀਆਂ ਉਮਰਾਂ ਪੜ੍ਹ ਲਓ। ਇਹੀ ਬੈਸਟ ਤਰੀਕਾ ਹੈ। ਜਦੋਂ ਤੁਸੀਂ ਇੱਕ ਚੀਜ਼ ਦੇਖੀ ਉਹਦੇ ਰਿਲੇਟਡ ਸਾਰੇ ਦਾ ਸਾਰਾ ਕੀ ਕਰ ਲਓ, ਰਿਵਾਈਜ਼ ਅਪ ਕਰ ਲਓ, ਔਰ ਤੁਹਾਡੇ ਸਾਰਾ ਕੰਟੈਂਟ ਜਿਹੜਾ ਹੈਗਾ ਉਹ ਕੀ ਹੋ ਜਾਣਾ ਹੈਗਾ, ਰਿਵਾਈਜ਼ ਹੋ ਜਾਣਾ ਹੈਗਾ। ਠੀਕ ਹੈ, ਸੋ ਆਪਣੇ ਕੋਲੇ ਇਹਦੀ ਉਮਰ ਪੁੱਛੀ ਗਈ ਸੀ, ਦੈਟ ਵਾਜ਼ ਆਫ 6 ਇਅਰਸ। ਨੈਕਸਟ ਕੁਐਸਚਨ ਜੇ ਆਪਾਂ ਗੱਲ ਕਰੀਏ, ਭਾਰਤ ਦੀ ਪਹਿਲੀ ਮਹਿਲਾ ਚੋਣ ਕੌਣ ਸੀ? ਇਸ ਤਰੀਕੇ ਦੇ ਕੁਐਸਚਨ ਆਪਾਂ ਕਲਾਸ 'ਚ ਪਹਿਲਾਂ ਵੀ ਕਰੇ ਨੇਗੇ। ਜੇ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਪਹਿਲੀ ਮਹਿਲਾ ਕਿਹੜੇ ਅਹੁਦੇ ਤੇ ਪਹਿਲੀ ਕਿਹੜੀ ਸੀਗੀ, ਇਹ ਕੁਐਸਚਨ ਕਾਫੀ ਇੰਪੋਰਟੈਂਟ ਪੁੱਛਿਆ ਜਾਂਦਾ ਹੈਗਾ। ਜੇ ਅਸੀਂ ਗੱਲ ਕਰੀਏ ਭਾਰਤ ਦੀ ਪਹਿਲੀ ਮਹਿਲਾ ਚੋਣ ਕਮਿਸ਼ਨਰ ਦਾ, ਤਾਂ ਇਹ ਸੀਗੀ ਜੀ BS ਰਮਾ ਦੇਵੀ। ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਹੈ? ਪ੍ਰਤਿਭਾ ਦੇਵੀ ਸਿੰਘ ਪਾਟਿਲ। ਭਾਰਤ ਦੀ ਪਹਿਲਾ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ? ਇੰਦਰਾ ਗਾਂਧੀ। ਭਾਰਤ ਦੀ ਪਹਿਲੀ ਮਹਿਲਾ ਸਪੀਕਰ ਕੌਣ ਸੀ? ਵੀਰਾ ਕੁਮਾਰੀ। ਭਾਰਤ ਦੀ ਪਹਿਲੀ ਸੀਐਮ ਕਿਸੇ ਸਟੇਟ ਦੀ ਕੌਣ ਸੀ? ਸ਼ਵੇਤਾ ਕ੍ਰਿਪਲਾਨੀ। ਤਾਂ ਕੁਛ ਚੀਜ਼ਾਂ ਕਾਫੀ ਇੰਪੋਰਟੈਂਟ ਨੇ ਜਿਹੜੀਆਂ ਤੁਸੀਂ ਪੜ੍ਹਦੇ ਰਹਿਣਾ। ਭਾਰਤ ਦੀ ਪਹਿਲੀ ਮਹਿਲਾ ਚੋਣ ਕਮਿਸ਼ਨਰ ਕੌਣ ਸੀ? BS ਰਮਾ ਦੇਵੀ। ਹਾਂਜੀ, ਸਾਰੇ ਬੱਚਿਆਂ ਦਾ ਆਨਸਰ ਆਲਮੋਸਟ ਰਾਈਟ ਹੈਗਾ। ਨੈਕਸਟ ਕੁਐਸਚਨ ਦੇ ਉੱਪਰ ਜੰਪ ਕਰਦੇ ਹਾਂ। ਸੰਵਿਧਾਨ ਦੇ ਕਿਹੜੇ ਹਿੱਸੇ ਵਿੱਚ ਭਾਰਤੀ ਚੋਣ ਪ੍ਰਣਾਲੀ ਦੇ ਸੰਬੰਧ ਦੇ ਉਪਬੰਧ ਕੀਤੇ ਗਏ ਨੇ? ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਭਾਗਾਂ ਦੀ ਗੱਲ ਕਰਦੇ ਹਾਂ, ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਬੋਲਦੇ ਹੋ ਪਾਰਟਸ, ਜਾਂ ਤੁਸੀਂ ਇਹਨੂੰ ਕਹਿ ਦਿੰਦੇ ਹੋ ਹਿੱਸੇ, ਤਾਂ ਟੋਟਲ ਆਪਣੇ ਮੂਲ ਸੰਵਿਧਾਨ ਦੇ ਵਿੱਚ 22 ਸੀ, ਪ੍ਰੈਜ਼ੈਂਟ ਆਪਣੇ ਕੋਲੇ 25 ਨੇ। ਹਰੇਕ ਹਿੱਸੇ ਦੇ ਵਿੱਚ ਕੁਝ ਨੰਬਰ ਆਫ ਆਰਟੀਕਲਸ ਨੇ, ਜਿਹਦੇ ਬੇਸਿਸ ਤੇ ਅਸੀਂ ਕੁਐਸਚਨ ਜਿਹੜੇ ਉਹ ਸੋਲਵ ਕਰਦੇ ਹਾਂ। ਠੀਕ ਹੈ, ਜੇ ਅਸੀਂ ਉਹਨਾਂ ਆਰਟੀਕਲਸ ਦੀ ਗੱਲ ਕਰੀਏ, ਹਾਂਜੀ, ਜੇ ਅਸੀਂ ਉਹਨਾਂ ਆਰਟੀਕਲਸ ਦੀ ਗੱਲ ਕਰੀਏ ਤਾਂ ਉਹਨਾਂ ਆਰਟੀਕਲਸ ਨੂੰ ਆਪਾਂ ਪ੍ਰੋਪਰਲੀ ਕਵਰ ਅਪ ਕੀਤਾ ਹੈਗਾ। ਠੀਕ ਹੈ, ਇੱਕ ਨਾ ਅੱਜ ਮੈਂ ਯੂਐਨਓ ਦੀ ਕਲਾਸ ਮੈਂ ਕੱਲ ਦਿਦਾਰ ਸਰ ਨੂੰ ਕਿਹਾ ਸੀ, ਅੱਜ ਮੈਂ ਜਾਣ ਸਰ ਦੇਖ ਪਾਈ ਹੈ ਕਿ ਨਹੀਂ। ਠੀਕ ਹੈ, ਯੂਐਨਓ ਦੇ ਕੁਐਸਚਨਸ ਵੀ ਕਾਫੀ ਬਣਾਏ ਹੋਏ ਨੇ, ਕਲਾਸ ਵੀ ਪਈ। ਇੱਕ ਮੈਂ ਤੁਹਾਨੂੰ ਹੋਰ ਕਲਾਸ ਅੱਜ ਆਪਾਂ ਉਹ ਚ ਤੁਹਾਡੇ ਗਰੁੱਪ ਚ ਡਿਸਕਸ਼ਨਸ ਕਰਦੇ ਹਾਂ ਕੁਝ ਇਹਦੇ, ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਪਲੀਜ਼ ਧਿਆਨ ਨਾਲ ਦੇਖ ਲਿਓ। ਅੱਜ ਮੈਂ ਜਾਣ ਸਰ ਅਪਡੇਟ ਰਹਿੰਦਾ ਵੀ ਹੋਇਆ ਤਾਂ। ਹਾਂਜੀ, ਕੈਗ ਦੱਸਾਂਗੇ ਰਾਜੇ, ਕੈਗ ਦਾ ਵੀ ਟੌਪਿਕ ਆਊਗਾ। ਕੈਗ ਇਗਨੋਰ ਹੈ, ਪਤਾ ਕੀ ਹੈ, ਦੇਖੋ ਮੇਨ ਤੁਹਾਡਾ ਪ੍ਰੈਜ਼ੈਂਟ ਟਾਰਗੇਟ ਕੀ ਹੈ, ਤੁਸੀਂ ਟੈਟ ਦਾ ਪੇਪਰ ਕਲੀਅਰ ਕਰਨਾ। ਇਗਨੋਰ ਕਰੋ ਇਹਨਾਂ ਚੀਜ਼ਾਂ, ਇਗਨੋਰ ਕਰੋ। ਠੀਕ ਹੈ, ਐਜ਼ ਅ ਟੀਚਰ ਯਾਰ ਮੈਨੂੰ ਇਹ ਚੀਜ਼ਾਂ ਐਕਸੈਪਟੇਬਲ ਨਹੀਂ ਹੈਗੀਆਂ। ਮੈਂ ਕਿਸੇ ਦੀ ਧੌਂਸ ਥੱਲੇ ਕੰਮ ਨਹੀਂ ਕਰ ਰਹੀ ਹੈਗੀ, ਬਿਲਕੁਲ ਨਾ। ਜਿਵੇਂ ਕਿਸੇ ਦੇ ਇੰਨੀ ਧੌਂਸ ਥੱਲੇ ਕੰਮ ਕਰ ਰਹੇ ਨੇ, ਫਿਰ ਸਰਕਾਰੀ ਨੌਕਰੀ ਲੱਗੀ ਸੀ ਚਲੀ ਜਾਂਦੀ। ਮੈਂ ਕਿਸੇ ਦੇ ਅੰਡਰ ਰਹਿ ਕੇ ਕੰਮ ਹੀ ਨਹੀਂ ਕਰ ਸਕਦੀ ਹੈਗੀ। ਮੈਂ ਆਪਦਾ 200% ਦਊਂਗੀ। ਪਤਾ ਹੈ ਵੀ ਤੁਹਾਡੇ ਫਿਊਚਰ ਦੀ ਮੇਰੇ ਲਈ ਕਿੰਨੀ ਪਰਸਨਲ ਐਸਪੈਕਟ ਤੇ ਵੈਲਿਊ ਹੈ। ਠੀਕ ਹੈ, ਤੁਹਾਡਾ ਲਗਾਵ, ਤੁਹਾਡੀ ਰਿਸਪੈਕਟ, ਤਾਂ ਇਗਨੋਰ ਕਰੋ, ਲੜਨਾ ਨਹੀਂ ਹੈਗਾ ਸੈਕਸ਼ਨ ਦੇ। ਠੀਕ ਹੈ, ਹਾਂ ਬਿਲਕੁਲ। ਹਾਂਜੀ, ਜੇ ਆਪਾਂ ਗੱਲ ਕਰੀਏ ਤਾਂ ਜੇ ਸਾਡੇ ਦੇਸ਼ ਦੇ ਵਿੱਚ ਭਾਰਤੀ ਚੋਣ ਪ੍ਰਣਾਲੀ ਦੀ ਗੱਲ ਕਰੀਏ ਤਾਂ ਭਾਰਤੀ ਚੋਣ ਪ੍ਰਣਾਲੀ ਜਿਹੜਾ ਹੈਗਾ ਇਹ ਕਿਹੜੇ ਨੰਬਰ ਜਿਹੜਾ ਭਾਗ ਹੈ ਉਹਦੇ ਚ ਕਿਹਾ ਜਾਂਦਾ ਇਹਦੇ ਬਾਰੇ, ਤਾਂ ਆਪਣਾ ਆਨਸਰ ਆਊਗਾ। ਠੀਕ ਹੈ, ਸੋ ਪਾਰਟਸ ਬਾਰੇ ਵੀ ਜਿਹੜੀ ਥੋੜੀ ਜਿਹੀ ਡਿਸਕਸ਼ਨ ਆ ਉਹ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਇਆ ਕਰੋ। ਇਲੈਕਸ਼ਨ ਪ੍ਰੋਸੈਸ, ਚੋਣ ਪ੍ਰਣਾਲੀ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਇਲੈਕਸ਼ਨ, ਅਮਨ ਨੇ ਵਿੱਚ ਇਲੈਕਸ਼ਨ ਪ੍ਰੋਸੈਸ। ਲਓ ਜੀ, ਠੀਕ ਹੈ, ਅਗਲੇ ਕੁਐਸਚਨ ਤੇ ਚੱਲਦੇ ਹਾਂ। ਹਲਕਿਆਂ ਦੀ ਹੱਦਬੰਦੀ ਨਾਲ ਸੰਬੰਧਿਤ ਮਾਮਲਿਆਂ ਦੇ ਸੰਬੰਧ ਵਿੱਚ ਕੌਣ ਕਰਦਾ ਹੈ? ਹਲਕਿਆਂ ਦੀ ਹੱਦਬੰਦੀ ਦਾ ਮਤਲਬ ਜਦੋਂ ਵੀ ਅਸੀਂ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਦੀ ਗੱਲ ਕਰਦੇ ਹਾਂ, ਵਿਧਾਨ ਸਭਾ ਦੀ ਗੱਲ ਕਰਦੇ ਹਾਂ, ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਹਲਕੇ ਦਿੱਤੇ, ਆਪਾਂ ਕਹਿੰਦੇ ਨਾ ਫਲਾਣੇ ਹਲਕੇ ਤੋਂ ਐਮਐਲਏ ਆ, ਫਲਾਣੇ ਹਲਕੇ ਤੋਂ ਐਮਪੀ ਹੈ, ਤਾਂ ਉਹਨਾਂ ਦੀ ਹੱਦਬੰਦੀ ਕਰਨ ਦਾ ਜਿਹੜਾ ਸਾਰਾ ਜ਼ਿੰਮਾ ਹੈਗਾ ਉਹ ਕਿਹਦੇ ਕੋਲੇ? ਹਾਂਜੀ, ਕਿਹਦੇ ਕੋਲੇ ਹੁੰਦਾ? ਪਹਿਲਾਂ ਤੁਸੀਂ ਆਨਸਰ ਕਰੋਗੇ, ਫਿਰ ਬਾਅਦ ਮੈਂ ਆਨਸਰ ਕਰਾਂਗੀ। ਹਲਕਿਆਂ ਦੀ ਹੱਦਬੰਦੀ ਕਰਨਾ, ਹਾਂਜੀ ਪਾ ਦਿੱਤਾ, ਚਲੋ ਸ਼ੁਕਰ। ਨਹੀਂ ਕੋਈ ਚੱਕਰ ਨਹੀਂ ਯਾਰ, ਇੱਕ ਅੱਧਾ ਮਤਲਬ ਜੇ ਉਹ ਹੁੰਦਾ ਤਾਂ ਮਤਲਬ ਆਮ ਕੂਲ ਨਾਓ, ਚਲੋ ਠੀਕ ਹੈ, ਬਾਏ ਦਾ ਵੇ ਪੜੋ। ਠੀਕ ਹੈ ਜੀ, ਤਾਂ ਸਾਡੇ ਹਲਕਿਆਂ ਦੀ ਹੱਦਬੰਦੀ ਕਰਨ ਦਾ ਰਾਈਟ ਕਿਹਦੇ? ਸੰਸਦ ਕੋਲ। ਵੀ ਕਿਹੜਾ ਹਲਕਾ ਕਿੱਥੋਂ ਤੱਕ ਜਾਣਾ, ਕਿਹੜੇ ਹਲਕਾ, ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਆਪਾਂ ਫॉर ਐਗਜ਼ਾਮਪਲ ਬਠਿੰਡਾ ਹਲਕਾ, ਬਠਿੰਡੇ ਹਲਕੇ ਦਾ ਏਰੀਆ ਕਿੰਨਾ ਰਹਿਣ ਵਾਲਾ ਹਨਾ, ਬੇਸਿਸ ਤੇ ਹਲਕਿਆਂ ਦੀ ਹੱਦਬੰਦੀ ਕਰਦੀ ਹੈ ਸਾਡੀ ਸੰਸਦ। ਨੈਕਸਟ ਕੁਐਸਚਨ, ਪੋਲ ਪਟੀਸ਼ਨ ਦੇ ਮਾਮਲੇ ਵਿੱਚ ਦਾ ਅਸਲ ਅਧਿਕਾਰ ਖੇਤਰ ਹੈ? ਵੈਸੇ ਕੁਐਸਚਨ ਤੁਸੀਂ ਕੱਟ ਵੀ ਸਕਦੇ ਹੋਗੇ, ਔਰ ਇਹ ਕੁਐਸਚਨ ਜਿਹੜਾ ਹੈਗਾ ਕਵਰ ਅਪ ਵੀ ਕਰ ਸਕਦੇ ਹੋ। ਹਾਂਜੀ, ਜੇ ਅਸੀਂ ਪੋਲ ਪਟੀਸ਼ਨ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਅਧਿਕਾਰਤ ਖੇਤਰ ਹੈ ਹਾਈ ਕੋਰਟ ਦਾ ਹੁੰਦਾ ਹੈਗਾ। ਇਹਨੂੰ ਆਪਾਂ ਨਾ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਟੌਪਿਕ ਦੇ ਵਿੱਚ ਥੋੜਾ ਜਿਹਾ ਡਿਟੇਲ ਦੇ ਵਿੱਚ ਕਰਾਂਗੇ। ਅਗਲੇ ਪੁਆਇੰਟ ਦੇ ਉੱਪਰ ਧਿਆਨ ਦਿੰਦੇ ਹਾਂ, ਚੋਣ ਕਮਿਸ਼ਨ ਦੀਆਂ ਸ਼ਕਤੀਆਂ ਤੇ ਕਾਰਜਕਾਰਾਂ।
ਕਾਰਜਾਂ ਦੇ ਸੰਬੰਧ ਦੇ ਵਿੱਚ ਹੇਠ ਲਿਖੇ ਬਿਆਨਾਂ ਤੇ ਗੌਰ ਕਰੋ। ਕੁਝ ਇਸ ਤਰੀਕੇ ਦੇ ਸਵਾਲ ਤੁਹਾਡੇ ਪੇਪਰ ਨੂੰ ਅਕਸਰ ਟਫ ਕਰ ਦਿੰਦੇ ਨੇਗੇ, ਤਾਂ ਇਹਨਾਂ ਕੁਐਸਚਨਸ ਨੂੰ ਬਹੁਤ ਇੰਪੋਰਟੈਂਟਲੀ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਦੋ ਸਟੇਟਮੈਂਟ ਵਾਲੇ ਕੁਐਸਚਨ ਦੇਖ ਕੇ ਬੱਚੇ ਵੈਸੇ ਹੀ ਪੇਪਰ 'ਚ ਪਾਉਂਦੇ ਜਾਂਦੇ। ਪਹਿਲਾ ਪੁਆਇੰਟ ਕੀ ਹੈ, ਚੋਣ ਕਮਿਸ਼ਨ ਚੋਣਾਂ ਦੀਆਂ ਤਰੀਕਾਂ ਅਤੇ ਕਾਰਜਕ੍ਰਮ ਨੂੰ ਸੂਚਿਤ ਕਰੇਗਾ ਅਤੇ ਨਾਮਜ਼ਦਗੀ ਪੱਤਰੀ ਦੀ ਪੜਤਾਲ ਕਰੇਗਾ। ਚੋਣ ਕਮਿਸ਼ਨ ਦਾ ਕੰਮ ਕੀ ਹੈ, ਚੋਣਾਂ ਦੀਆਂ ਤਰੀਕਾਂ ਤੇ ਕਾਰਜਕ੍ਰਮ ਸੂਚਿਤ। ਬਿਲਕੁਲ ਚੋਣ ਕਮਿਸ਼ਨ ਦਾ ਇਹ ਮੁੱਖ ਕੰਮ ਹੈ, ਤਰੀਕ ਕਿਹੜੀ ਹੈ, ਕਿਵੇਂ ਕੁਛ ਹੈ, ਨਾਮਜ਼ਦਗੀ ਪੱਤਰ ਕਿਸੇ ਨੇ ਦੇਤਾ ਜਾਂ ਨਹੀਂ ਦਿੱਤਾ, ਨਾਮਜ਼ਦਗੀ ਪੱਤਰ ਸਹੀ ਦਿੱਤਾ ਜਾਂ ਗਲਤ ਦਿੱਤਾ, ਉਹ ਸਭ ਦੀ ਚੋਣ ਪੜਤਾਲ ਕਰਨੀ ਉਹਦਾ ਸਾਰੇ ਹੈ। ਸੰਸਦ ਦੇ ਹੱਦਬੰਦੀ ਕਮਿਸ਼ਨ ਐਕਟ ਦੇ ਆਧਾਰ ਤੇ ਦੇਸ਼ ਭਰ ਵਿੱਚ ਚੋਣ ਹਲਕਿਆਂ ਦੇ ਖੇਤਰਾਂ ਨੂੰ ਨਿਰਧਾਰਿਤ ਕਰਨਾ। ਠੀਕ ਹੈ, ਕੀ ਇਹ ਪੁਆਇੰਟ ਸਹੀ ਹੈ ਕਿ ਜਿਹੜੇ ਵੀ ਚੋਣ ਹਲਕੇ ਹੈਗੇ ਨੇਗੇ, ਬਿਲਕੁਲ ਜੇ ਅਸੀਂ ਗੱਲ ਕਰੀਏ ਹੱਦਬੰਦੀ ਸੰਸਦ ਕਰ ਸਕਦੀ। ਜਿਹੜੀ ਪਿੱਛੇ ਕੁਐਸਚਨ ਕੀ ਕਹਿ ਰਿਹਾ ਸੀ, ਹੱਦਬੰਦੀ ਕਰਨਾ ਕਿਹਦੇ ਹੱਥ ਦੇ ਵਿੱਚ ਹੈ, ਸੰਸਦ ਦੇ ਹੱਥ ਦੇ ਵਿੱਚ ਹੈ, ਪਰ ਸੰਸਦ ਵੱਲੋਂ ਕੀਤੀ ਹੱਦਬੰਦੀ ਦੇ ਆਧਾਰ ਤੇ ਦੇਸ਼ ਭਰ ਵਿੱਚ ਚੋਣ ਹਲਕਿਆਂ ਦੇ ਖੇਤਰਾਂ ਨੂੰ ਨਿਰਧਾਰਿਤ ਕਰਨਾ ਚੋਣ ਕਮਿਸ਼ਨ ਦਾ ਹੀ ਕੰਮ ਹੈ। ਸੋ A ਤੇ B ਮੀਨਸ 1 ਤੇ 2 ਦੋਵੇਂ ਹੀ ਪੁਆਇੰਟ ਜਿਹੜੇ ਹੈਗੇ ਨੇ ਉਹ ਕਰੈਕਟ ਆਨਸਰ ਨੇ। ਬਿਲਕੁਲ ਜੀ, ਬੋਥ ਆਪਸ਼ਨ ਆਰ ਦਾ ਰਾਈਟ ਆਪਸ਼ਨ। ਗੁੱਡ ਸਰਬ। ਵੋਟ ਪਾਉਣ ਲਈ ਉਮਰ ਸੀਮਾ ਨੂੰ ਕਿਹੜੇ ਸਾਲ ਵਿੱਚ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀ 1988 ਦੇ ਵਿੱਚ, ਪਰ ਇਹ ਇੰਪਲੀਮੈਂਟ ਹੋਇਆ 1989। ਇਸ ਚੀਜ਼ ਨੂੰ ਜਮਾ ਧਿਆਨ ਦੇ ਵਿੱਚ ਰੱਖਣਾ ਹੈਗਾ। ਠੀਕ ਹੈ, ਹਾਂਜੀ ਹਾਂਜੀ, ਬਸ ਪੜ੍ਹੀ ਜਾਓ, ਦੱਬ ਕੇ ਰੱਖੋ ਕੰਮ, ਆਪਾਂ ਐਪ ਦੇ ਉੱਪਰ ਕਲਾਸਾਂ ਸ਼ਿਫਟ ਕਰਦੇ ਹਾਂ, ਬਸ ਇੱਕ ਦੋ ਦਿਨ YouTube ਦਾ ਸਿਲਸਿਲਾ ਹੁੰਦਾ ਹੈਗਾ। ਠੀਕ ਹੈ, ਹਾਂਜੀ, ਅਗਲਾ ਪੁਆਇੰਟ ਜਿਹੜਾ ਹੈਗਾ ਖੇਤਰ ਦੇ ਹਿਸਾਬ ਨਾਲ ਆਮ ਚੋਣਾਂ ਵਿੱਚ ਸਭ ਤੋਂ ਛੋਟਾ ਲੋਕ ਸਭਾ ਦਾ ਹਲਕਾ ਕਿਹੜਾ ਹੈਗਾ। ਜਦੋਂ ਲੋਕ ਸਭਾ ਦੀ ਇਲੈਕਸ਼ਨ ਦੀ ਗੱਲ ਕਰਦੇ ਆ ਤਾਂ ਖੇਤਰਫਲ ਦੇ ਹਿਸਾਬ ਨਾਲ, ਕਿਹੜੇ ਹਿਸਾਬ ਨਾਲ ਪੁੱਛਿਆ, ਖੇਤਰ ਦੇ ਹਿਸਾਬ ਨਾਲ। ਇਹ ਚੀਜ਼ ਧਿਆਨ ਚ ਰੱਖੋ, ਤਾਂ ਸਭ ਤੋਂ ਛੋਟਾ ਹਲਕਾ ਇਹਨਾਂ ਚਾਰਾਂ ਦੇ ਵਿੱਚੋਂ ਹੈਗਾ ਹੈ ਚਾਂਦਨੀ ਚੌਂਕ ਦਿੱਲੀ ਦਾ। ਵੈਰੀ ਇੰਪੋਰਟੈਂਟ। ਹਾਂਜੀ ਬਿਲਕੁਲ ਜੀ, ਵੈਰੀ ਇੰਪੋਰਟੈਂਟ। ਅਗਲੇ ਕੁਐਸਚਨ ਤੇ ਚੱਲਦੇ ਹਾਂ, ਜਲਦੀ ਕਵਰ ਕਰੋ। ਵਰਤਮਾਨ ਸਮੇਂ ਵਿੱਚ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਕੌਣ ਹੈ। ਵਰਤਮਾਨ ਸਮੇਂ ਦੇ ਵਿੱਚ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਹੈ ਰਾਜੀਵ ਕੁਮਾਰ। ਇਹ ਵੀ ਪੁਆਇੰਟ ਆਪਾਂ ਕਲੀਅਰ ਕਰ ਚੁੱਕੇ ਹਾਂ। ਨਿੱਕੇ ਕੁਐਸਚਨਸ ਨੇ ਔਰ ਤੁਸੀਂ ਆਲਰੇਡੀ ਇਹਨਾਂ ਕੁਐਸਚਨਸ ਬਾਰੇ ਜਾਣੋ। ਭਾਰਤ ਵਿੱਚ ਚੋਣ ਆਯੋਗ ਕਦੋਂ ਇੱਕ ਬਹੁ ਮੈਂਬਰੀ ਸੰਸਥਾ ਬਣੀ। ਬਹੁ ਮੈਂਬਰੀ ਦਾ ਮਤਲਬ ਕੀ, ਸ਼ੁਰੂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਚੋਣ ਕਮਿਸ਼ਨਰ ਸਿਰਫ ਇੱਕ ਹੁੰਦਾ, ਉਸ ਤੋਂ ਬਾਅਦ ਫਿਰ ਆਪਾਂ ਨੇ ਇੱਕ ਤੋਂ ਵਧਾ ਕੇ ਕਿੰਨੇ ਕਰ ਲਏ, 3 ਕਰ ਲਏ। 1+2 ਦਾ ਕੰਬੀਨੇਸ਼ਨ ਹੋ ਗਿਆ। ਪੁੱਛਣ ਦਾ ਮਤਲਬ ਇਹ ਹੈ ਵੀ ਜਿਹੜਾ ਸਾਡਾ ਚੋਣ ਕਮਿਸ਼ਨ ਬਾਡੀ ਹੈ ਇਹ 1 ਤੋਂ ਵੱਧ ਕੇ 3 ਕਦੋਂ ਹੋਗੀ, 1 ਅਕਤੂਬਰ 1993। ਤੇ ਜਾਂ ਫਿਰ ਆਪਾਂ ਕਹੀਏ ਕਿ ਆਪਾਂ 73ਵੀਂ ਸੋਧ 1992 ਦੇ ਵਿੱਚ ਕੀ, 73ਵੀਂ ਸੋਧ 1992 ਦੇ ਤਹਿਤ ਆਪਾਂ ਨੇ ਕੀ ਕੀਤਾ ਸੀਗਾ, ਸਟੇਟ ਲੈਵਲ ਤੇ ਆਪਣੇ ਚੋਣ ਕਮਿਸ਼ਨ ਤੇ ਆਏ ਸੀ। ਤਾਂ ਇਹੀ ਕੁਐਸਚਨ ਹੈ। ਠੀਕ ਹੈ ਜੀ, ਚਲੋ ਜੀ ਮਿਲਦੇ ਹਾਂ ਆਪਾਂ ਫਿਰ ਨੈਕਸਟ ਕਲਾਸ ਦੇ ਵਿੱਚ। ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੜ੍ਹਦੇ ਰਹੋ, ਕਿਸੇ ਵੀ ਤਰੀਕੇ ਦੀ ਹੈਲਪ ਦੀ ਜ਼ਰੂਰਤ ਹੈ ਡੈਫੀਨੇਟਲੀ ਆਈ ਐਮ ਆਲਵੇਜ਼ देयर, ਉਡਾਨ ਇਜ਼ ਆਲਵੇਜ਼ देयर। ਔਰ ਤੀਸਰਾ ਪੁਆਇੰਟ, ਜਿਹੜੇ ਬੱਚੇ ਦੇ ਕਾਲਸ ਪਿਕ ਨਹੀਂ ਕੀਤੇ ਗਏ, ਜਿਹੜੇ ਬੱਚੇ ਪੇ ਕਰ ਰਹੇ ਨੇ ਬਟ ਉਹਨਾਂ ਦੇ ਕਾਲਸ ਪਿਕ ਨਹੀਂ ਹੋ ਰਹੇ, ਪਲੀਜ਼ WhatsApp ਤੇ ਨੰਬਰ, WhatsApp ਤੇ ਮੈਸੇਜ ਸਕਿਪ ਕਰੋ, ਛੱਡ ਦਿਓ, ਮੈਸੇਜ ਛੱਡ ਦਿਓ WhatsApp ਤੇ, ਦੁਬਾਰਾ ਤੁਹਾਨੂੰ ਰੀਕਾਲ ਕੀਤੀ ਜਾਊਗੀ ਕਿਉਂਕਿ ਬਹੁਤ ਸਾਰੇ ਕਾਲਸ ਨੇ ਤਾਂ ਕਰਕੇ ਨਹੀਂ ਕੀਤਾ। ਜੇ ਕੋਈ ਵੀ ਸਟੂਡੈਂਟ ਪੇਡ ਕੋਰਸ ਲੈਣ ਦੇ ਲਈ ਚਾਹਵਾਨ ਹੈ 9815763606, ਕਿਉਂਕਿ ਹੁਣ ਵਾਲਾ ਟਾਈਮ ਤੁਹਾਡੇ ਕਾਫੀ ਜ਼ਿਆਦਾ ਕ੍ਰੂਸ਼ਲ ਹੈ। ਇਸ ਟਾਈਮ ਦਾ ਲੁਤਫ ਲਓ, ਇਸ ਟਾਈਮ ਦਾ ਫਾਇਦਾ ਲਓ, ਇਸ ਟਾਈਮ ਨੂੰ ਯੂਟਿਲਾਈਜ਼ ਕਰੋ ਔਰ ਪੇਪਰ ਹਰ ਹਾਲਤ ਦੇ ਵਿੱਚ ਆਪਾਂ ਮਿਲ ਕੇ ਕੱਢ ਲਵਾਂਗੇ। ਹਾਂਜੀ ਬਿਲਕੁਲ ਜੀ ਬਿਲਕੁਲ, ਐਪ ਤੇ ਸ਼ਿਫਟ ਕਰਦੀ ਹਾਂ। ਹਾਂਜੀ ਐਪ ਤੇ ਜਾ ਰਹੇ हैं, ऐप ਤੇ जा रहे हैं। ठीक है जी, ठीक। चलो बहुत शुक्रिया, बहुत शुक्रिया। चलो जी मिलते हैं फिर।